ਧੰਨ ਵਾਹਿਗੁਰੂ। ਸਾਧਨ ਬਾਲੀ ਧੁਰ ਮੇਲੀ, ਮੇਰੇ ਪ੍ਰਭ ਆਪ ਮਿਲਾਈ ਰਾਮ। ਗੁਰਮਤਿ ਘਟ ਚਾਨਣ ਹੋਆ, ਪ੍ਰਭ ਰਬ ਰਹਿਆ ਸਭ ਥਾਈ ਰਾਮ। ਪ੍ਰਭ ਰਬ ਰਹਿਆ ਸਭ ਥਾਈ, ਮਨ ਬਸਾਈ ਪੂਰਬ ਲਿਖਿਆ ਪਾਇਆ। ਸੇਜ ਸੋ ਖਾਲੀ ਮੇਰੇ ਪ੍ਰਭ ਭਾਣੀ, ਸੱਚ ਸ਼ਿੰਗਾਰ ਬਣਾਇਆ। ਕਾਮਣ ਨਿਰਮਲ ਹਉਮੈ ਮਲ ਖੋਈ, ਗੁਰਮਤਿ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤੈ, ਨਵੈ ਨਾਮ ਨਵੈ ਨਿਧ ਪਾਈ। ਨਾਨਕ ਆਪ ਮਿਲਾਈ ਕਰਤੈ, ਨਾਮ ਨਵੈ ਨਿਧ ਪਾਈ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋੜ ਮੇਲ ਬੈਠੇ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਧੰਨਤਾ ਦੇ ਯੋਗ ਹੋ। ਵੱਡੇ ਭਾਗ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ। ਆਪਾਂ ਸਾਰੇ ਸਟੂਡੈਂਟ ਬਣ ਕੇ, ਵਿਦਿਆਰਥੀ ਬਣ ਕੇ ਗੁਰੂ ਤੋਂ ਕੁਝ ਸਮਝਣ ਸਿੱਖਣ ਦੇ ਲਈ ਆਏ ਹਾਂ। ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਰਾਹੀਂ ਆਪਣੀ ਜ਼ਿੰਦਗੀ ਨੂੰ ਕੁਝ ਨਾ ਕੁਝ ਚੰਗੀ ਬਣਾਉਣ ਦੇ ਲਈ, ਸੋਹਣਾ ਬਣਾਉਣ ਦੇ ਲਈ ਅਸੀਂ ਕਰ ਰਹੇ ਹਾਂ। ਆਓ ਗੁਰਬਾਣੀ ਦੀ ਵਿਚਾਰ ਸ਼ੁਰੂ ਕਰੀਏ। ਪਾਵਨ ਬਾਣੀ ਨੂੰ ਪੜ੍ਹਨ, ਸੁਣਨ, ਸਮਝਣ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਉਣੀ। ਸਭ ਨੇ ਇੱਕੇ ਵਾਰ ਕਹਿਣ ਤੇ ਬੋਲਣਾ ਜੀ ਆਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਇੱਕ ਸ਼ਬਦ ਨੂੰ 4 ਜਾਂ 5 ਹਿੱਸਿਆਂ ਵਿੱਚ ਪੜ੍ਹ ਰਹੇ ਹਾਂ। ਅਸ਼ਟਪਦੀਆਂ ਦੇ ਸ਼ਬਦ, ਵੱਡੇ ਸ਼ਬਦ ਜੋ ਗੁਰੂ ਕੀ ਪਾਵਨ ਬਾਣੀ ਵਿੱਚ ਚੱਲ ਰਹੇ ਨੇ, ਸੂਹੀ ਰਾਗ ਦੇ ਵਿੱਚ। ਪਿੱਛੇ ਆਪਾਂ ਜੋ ਸ਼ਬਦ ਤੀਜੇ ਪਾਤਸ਼ਾਹ ਜੀ ਦਾ ਸ਼ੁਰੂ ਕੀਤਾ ਸੀ, ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਕਿ ਸੱਚੇ ਸਤਿਗੁਰ ਤੋਂ ਬਿਨਾਂ, ਸੱਚੇ ਪਤੀ ਤੋਂ ਬਿਨਾਂ ਸੁਹਾਗਣ ਦਾ ਰੁਤਮਾ ਨਹੀਂ ਮਿਲ ਸਕਦਾ। ਫਿਰ ਉਸ ਗੱਲ ਦੇ ਨਾਲ ਅਗਲੇ ਜੋ ਬੰਦ ਸੀ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਸਤਿਗੁਰ ਸੇਵ ਧਨ ਬਾਲੜੀਏ। ਫਿਰ ਵੀ ਉੱਥੇ ਜ਼ਿਕਰ ਪਿਰਦੇ ਕੀਤਾ, ਮਾਲਕ ਦਾ ਕੀਤਾ, ਇੱਕ ਪ੍ਰਭੂ ਪਰਮਾਤਮਾ ਪਤੀ ਦਾ ਕੀਤਾ ਕਿ ਆਪਣੇ ਪਤੀ ਨੂੰ ਤੂੰ ਹਰ ਵਕਤ ਯਾਦ ਰੱਖਿਆ ਕਰ। ਪਹਿਲੀ ਪੰਕਤੀ
ਉਹਦੇ ਵਿੱਚ ਕੀ ਵਿਚਾਰ ਦਿੱਤੀ ਸੀ? ਸਤਿਗੁਰ ਸੇਵ ਧਨ ਬਾਲੜੀਏ। ਫਿਰ 3 ਨੰਬਰ ਬੰਦ ਸੀ ਜੋ ਆਪਾਂ ਕੱਲ ਪੜਿਆ, ਗੁਰ ਕੀ ਕਾਰ ਕਰੇ ਧਨ ਬਾਲੜੀਏ। ਪਹਿਲਾਂ ਗੁਰੂ ਨੂੰ ਜੇ ਮਿਲਣਾ, ਪਤੀ ਨੂੰ ਮਿਲਣਾ, ਤਾਂ ਤੇਰੇ ਜੀਵਨ ਦੀ ਅਵਸਥਾ ਉਹਨੂੰ ਯਾਦ ਕਰਨ ਦੀ, ਜੀਵਨ ਦੀ ਅਵਸਥਾ ਉਹਦੇ ਅਨੁਸਾਰ ਚੱਲਣ ਦੀ। ਯਾਦ ਕਰਿਆ ਨਹੀਂ ਸਰਨਾ, ਉਹਦੇ ਮੁਤਾਬਕ ਚੱਲਣਾ ਵੀ ਪਊਗਾ। ਜਿਵੇਂ ਦੂਜੇ ਪੁਆਇੰਟ ਤੇ ਤਾਂ ਆਪਾਂ ਸਾਰੇ ਖਰੇ ਉਤਰ ਸਕਦੇ ਹਾਂ, ਕਿਉਂਕਿ ਯਾਦ ਤਾਂ ਸਭ ਹੀ ਕਰਦੇ ਆ ਨਾ। ਪਰ ਜਿਹੜੀ ਤੀਜੀ ਗੱਲ ਆ, ਉਹਦੇ ਵਿੱਚ ਕੱਲ ਕੀ ਸੁਣਿਆ ਸੀ ਆਪਾਂ ਵੀ ਅਸੀਂ ਆਪਣੇ ਮਾਲਕ ਦੇ ਕਹਿਣ ਦੇ ਮੁਤਾਬਕ ਜ਼ਿੰਦਗੀ ਜਿਉਣੀ ਆ। ਪਰਮਾਤਮਾ ਨੂੰ ਆਪਣਾ ਸਹੀ ਪਤੀ ਮੰਨਣ ਦੇ ਲਈ ਤੇ ਆਪਣੇ ਆਪ ਨੂੰ ਸੁਹਾਗਣ ਬਣਾਉਣ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਰ ਗੱਲ ਨੂੰ ਸੁਣ ਕੇ ਮੰਨਣਾ ਪਵੇਗਾ। ਫਿਰ ਅੱਜ ਆ ਲਾਸਟ ਵਾਲਾ ਬੰਦਾ, ਇਹਦੇ ਵਿੱਚ ਜ਼ਿਕਰ ਕੀ ਕੀਤਾ ਜੋ ਆਪਾਂ ਹੁਣ ਪੜ੍ਹਿਆ। ਇੱਥੇ ਤੀਜੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਸਾ ਧਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਲਾਈ ਰਾਮ। ਹੁਣ ਬਖਸ਼ਿਸ਼ ਹੋ ਗਈ, ਸਾਡਾ ਮਲਾਪ ਮਿਲਣੀ ਕਹਿ ਲੋ ਉਸ ਪਰਮਾਤਮਾ ਦੇ ਨਾਲ ਹੋ ਗਈ, ਸਾਡੇ ਪਤੀ ਨਾਲ, ਪਰਮੇਸ਼ਰ ਨਾਲ ਮਿਲਣੀ ਕਦੋਂ ਹੋ ਗਈ? ਜਦੋਂ ਅਸੀਂ ਸਤਿਗੁਰ ਨੂੰ ਛੱਡ ਕੇ ਕਿਤੇ ਗਏ ਨਹੀਂ, ਉਹਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ। ਤੀਜੀ ਗੱਲ, ਉਹਦੇ ਆਖੇ ਲੱਗਣਾ ਸ਼ੁਰੂ ਕੀਤਾ। ਜਿਹੜੀ ਖਾਸ ਗੱਲ ਆ, ਸੁਣਿਆ, ਸੁਣ ਲਿਆ, ਮੰਨਿਆ, ਮੰਨ ਵੀ ਲਿਆ, ਮਨ ਕੀਤਾ ਭਾਉ। ਫਿਰ ਅੱਜ ਦੀ ਬਾਣੀ ਅਸੀਂ ਮਨ ਵਿੱਚੋਂ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਆਪਾਂ ਬਾਣੀ ਦੀ ਵਿਚਾਰ ਆ ਜਿਹੜੀ ਸਮਝਣੀ ਹੈ ਵੀ ਸਾਡੇ ਸਮਾਜ ਦੇ ਮੁਤਾਬਕ, ਕਿਉਂਕਿ ਪਹਿਲਾਂ ਉਦਾਹਰਨ ਆਪਾਂ ਨੂੰ ਸਮਾਜ ਦੇ ਵਿੱਚੋਂ ਲੈਣੀ ਪਵੇਗੀ, ਫਿਰ ਆਪਾਂ ਗੁਰਬਾਣੀ ਨੂੰ ਸਮਝ ਸਕਦੇ ਹਾਂ। ਜੇ ਆਪਾਂ ਉਦਾਹਰਨ ਹੀ ਲਵਾਂਗੇ ਫਿਰ ਆਪਾਂ ਗੁਰਬਾਣੀ ਨੂੰ ਮਾਫ ਕਰਨਾ ਛੇਤੀ ਸਮਝ ਨਹੀਂ ਸਕਾਂਗੇ। ਗੁਰਬਾਣੀ ਨੂੰ ਸਮਝਣ ਦੇ ਲਈ ਤਾਂ ਭਾਈ ਗੁਰਦਾਸ ਨੇ ਹਵਾਲੇ, ਜਿਵੇਂ ਅੱਜ ਗੱਲ ਪਿਆਰ ਦੀ ਆ ਗੁਰਬਾਣੀ ਦੇ ਸ਼ਬਦ ਰਾਹੀਂ, ਤਾਂ ਉੱਥੇ ਉਦਾਹਰਨਾਂ ਦਿੱਤੀਆਂ ਨੇ। ਵੈਸੇ ਸਾਡੇ ਸਮਾਜ ਦੀ ਅੱਖ ਭੁਲੇਖਾ ਖਾ ਜਾਂਦੀ ਆ ਕਿ ਹੀਰ ਰਾਂਝੇ ਦਾ ਜਾਂ ਸੱਸੀ ਪੁੰਨੂ ਜਾਂ ਮਿਰਜ਼ਾ ਸਾਹਿਬਾ ਜਾਂ ਲੈਲਾ ਮਜਨੂ ਦਾ ਜ਼ਿਕਰ ਜੀ ਭਾਈ ਗੁਰਦਾਸ ਨੇ ਵੀ ਕੀਤਾ। ਉਹ ਤਾਂ ਚੰਗੇ ਸੀ ਬੰਦੇ, ਨਾ ਇਦਾਂ ਜ਼ਿਕਰ ਨਹੀਂ ਕੀਤਾ, ਉਹ ਸਮਝਾਉਣ ਦੇ ਲਈ ਕੀਤਾ। ਜਿਹੜੀ ਗੱਲ ਹੁਣ ਆਪਾਂ ਇੱਥੇ ਕਹਿਣ ਜਾ ਰਹੇ ਹਾਂ, ਕਿਹੜੀ ਗੱਲ? ਸਾਡੇ ਸਮਾਜ ਦੇ ਵਿੱਚ ਦਾਨੇ ਪੁਰਖਾਂ ਨੇ, ਸਿਆਣੇ ਪੁਰਖਾਂ ਨੇ, ਜਿਹੜੇ ਸਮਝਦਾਰ ਆ, ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਆਪ ਨੂੰ ਵੀ ਬਲ ਮਿਲਿਆ ਹੋਇਆ ਤੇ ਹੋਰਾਂ ਨੂੰ ਵੀ ਤਰੀਕਾ ਦੱਸ ਦਿੰਦੇ ਆ, ਭਾਈ ਤੇਰੀ ਜ਼ਿੰਦਗੀ ਆਹ ਤਰੀਕੇ ਨਾਲ ਸੋਹਣੀ ਬਣੂ। ਉਹਨਾਂ ਪੁਰਖਾਂ ਦੇ ਵਿਚਾਰ ਨੇ। ਉਹਨਾਂ ਪੁਰਖਾਂ ਦੇ ਵਿਚਾਰ ਕੀ ਆ ਵੀ ਦੁਨੀਆ ਦੇ ਵਿੱਚ ਸਮਾਜਿਕ ਤਲ ਤੇ ਜਿਹੜੀ ਪ੍ਰੀਤ ਆ ਨਾ, ਤੇ ਉਹ ਪ੍ਰੀਤ 3 ਕਿਸਮ ਦੀ ਆ। ਦੁਨੀਆ ਵਿੱਚ ਜਿਹੜੀ ਪ੍ਰੀਤ ਆ, ਪਿਆਰ ਆਗਾ, ਉਹ 3 ਕਿਸਮ ਦਾ ਗਾ। ਉਹਦੀਆਂ ਕਿਸਮਾਂ 3 ਨੇ। ਪਹਿਲੀ ਕਿਸਮ ਬਕਾਰੀ, ਦੂਜੀ ਕਿਸਮ ਵਿਹਾਰ ਤੇ ਤੀਜੀ ਕਿਸਮ ਪਿਆਰ। ਫਿਰ ਮੈਂ ਰਿਪੀਟ ਕਰਾਂ, ਪਹਿਲੀ ਕਿਸਮ ਵਕਾਰ, ਦੂਜੀ ਕਿਸਮ ਵਿਹਾਰ ਤੇ ਤੀਜੀ ਕਿਸਮ ਪਿਆਰ। ਹੁਣ ਇਸ ਗੱਲ ਨੂੰ ਜਦੋਂ ਆਪਾਂ ਸਮਾਜ ਦੇ ਵਿੱਚੋਂ ਲੈ ਕੇ ਗੁਰੂ ਤੱਕ ਪਹੁੰਚਾਵਾਂਗੇ ਤੇ ਗੁਰੂ ਨੂੰ ਪੁੱਛਾਂਗੇ, ਫਿਰ ਗੁਰੂ ਕਿਸ ਗੱਲ ਨੂੰ ਮਾਨਤਾ ਦਿੰਦਾ, ਤੇ ਉਹ ਮੇਰੇ ਮਾਲਕ ਨੇ ਸਾਨੂੰ ਬਾਣੀ ਦੀ ਵਿਚਾਰ ਕਰਿਆ ਫਿਰ ਦੱਸਣਾਗਾ। ਉੱਦਾਂ ਨਹੀਂ ਪਤਾ ਲੱਗਣਾਗਾ, ਕਿਉਂਕਿ ਗੁਰੂ ਮੇਰਾ ਸਦਾ ਹੀ ਬੋਲਦਾ ਨਾ, ਉਹ ਤਾਂ ਸਦਾ ਹੀ ਬੋਲਦਾ, ਪਰ ਅਸੀਂ ਸੁਣਨ ਵਾਲੇ ਬਣ ਜਾਈਏ, ਉਹ ਬੋਲਣੋਂ ਨਹੀਂ ਹਟਦਾਗਾ। ਗੁਰੂ ਦਾ ਸੁਭਾਅ ਤਾਂ ਬਹੁਤ ਚੰਗਾ ਸੁਭਾਅ ਆ। ਮੈਨੂੰ ਇਉਂ ਜਾਪਦਾ ਵੀ ਜਿਹੜਾ ਸਾਡੇ ਗੁਰੂ ਦਾ ਸੁਭਾਅ ਨਾ, ਅਜਿਹਾ ਸੁਭਾਅ ਸਾਨੂੰ ਕਿਤੋਂ ਵੀ ਨਹੀਂ ਮਿਲਣਾਗਾ। ਗੁਰੂ ਸਾਡਾ ਇੱਕ ਟੀਚਰ ਹੈ, ਗੁਰੂ ਸਾਡਾ ਕੋਚ ਆ, ਗੁਰੂ ਸਾਡਾ ਉਸਤਾਦ ਆ। ਹੁਣ ਉਸਤਾਦ ਦਾ ਇੱਕ ਸੁਭਾਅ ਆ, ਉਹ ਕਿਹੜਾ ਸੁਭਾਅ ਆ ਵੀ ਗਰਾਊਂਡ ਦੇ ਵਿੱਚ ਜਾਂ ਸਕੂਲ ਦੇ ਵਿੱਚ ਕਹਿ ਲਓ, ਮਾਸਟਰ ਉਸਤਾਦ ਸਾਡਾ ਆਉਂਦਾ ਨਾ, ਬੱਚੇ ਪਹਿਲਾਂ ਆ ਜਾਂਦੇ ਆ, ਉਸਤਾਦ ਬਾਅਦ ਚ ਆਉਂਦਾਗਾ। ਆਪਾਂ ਨੂੰ ਸਾਰਿਆਂ ਨੂੰ ਪਤਾ, ਘੰਟਾ ਲੇਟ। ਬੱਚਿਆਂ ਦਾ ਟਾਈਮ 8 ਵਜੇ ਦਾ ਤੇ ਟੀਚਰ ਦਾ ਟਾਈਮ 9 ਵਜੇ ਦਾ।
ਬੱਚਿਆਂ ਦਾ ਟਾਈਮ ਗਰਾਊਂਡ ਵਿੱਚ ਜਾਣ ਦਾ 4 ਵਜੇ ਦਾ, ਪਿਛਲਾ ਪੈਰ ਉਦਾਹਰਨ ਇੱਕ ਸਮਝਣ ਦੀ, ਤੇ ਟੀਚਰ ਦਾ ਉਸਤਾਦ ਦਾ ਟਾਈਮ 5 ਵਜੇ ਦਾ। ਜਿਸ ਮਰਜ਼ੀ ਅਦਾਰੇ ਵੱਲ ਨਿਗਾਹ ਮਾਰ ਲਓ, ਕੋਈ ਮੁਲਾਜ਼ਮੀ ਤਬਕਾ, ਸੰਸਾਰੀ ਤਬਕਾ, ਬੱਚਿਆਂ ਦੀ ਉਦਾਹਰਨ ਲੈ ਲਓ, ਖੇਡਣ ਵਾਲਿਆਂ ਦੀ ਉਦਾਹਰਨ ਲੈ ਲਓ, ਕੋਚ ਆ ਜਿਹੜਾ ਉਹ ਘੰਟਾ ਅੱਧਾ ਘੰਟਾ ਲੇਟ ਆਉਂਦਾ। ਲੀਡਰਾਂ ਵੱਲ ਨਿਗਾਹ ਮਾਰ ਲਓ, ਜੇ ਟਾਈਮ ਦਿੱਤਾ 2 ਵਜੇ ਦਾ 3 ਵਜੇ ਆਉਣਗੇ, 3 ਤੋਂ ਛੱਡੋ, ਐ ਨਹੀਂ ਪਤਾ ਲੇਟ ਹੀ 3-4 ਘੰਟੇ ਲੇਟ ਹੋ ਜਾਣਾ। ਕਿਸੇ ਬਾਬੇ ਨੂੰ ਸੱਦ ਲਓ, ਆਪਾਂ ਜਿਹਨੂੰ ਆਪਾਂ ਆਪਣੀ ਨਿਗਾਹ 'ਚ ਮਹਾਂਪੁਰਖ ਮੰਨਦੇ ਹਾਂ, ਗੁਰਬਾਣੀ ਨਹੀਂ ਮੰਨਦੀ ਗੀ, ਜਿਹਨੂੰ ਆਪਾਂ ਮੰਨਦੇ ਹਾਂ ਉਹਨੂੰ ਕਹਿ ਦਿਓ ਵੀ ਸਾਡੇ ਘਰੇ ਆ ਜੀ, ਭੋਜਨ ਪਾਣੀ ਬਣਾਵਾਂਗੇ, ਛਕਾਵਾਂਗੇ ਨਾ, ਤੇ ਚੇਤਾ ਰੱਖਿਓ ਉਹ ਜਿੰਨਾ ਟਾਈਮ ਦਿੱਤਾ ਉਦੋਂ 2 ਘੰਟੇ 4 ਘੰਟੇ ਲੇਟ ਆਊਗਾ। ਪਰ ਸਦਕੇ ਜਾਈਏ ਕੀ ਤੋਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸਤਾਦ ਤੋਂ। ਮੇਰਾ ਬਾਬਾ ਨਾ ਗਰਾਊਂਡ ਦੇ ਵਿੱਚ ਸੁਬਾਹ 3:30 ਵਜੇ ਆ ਜਾਂਦਾ। ਵਾਹਿਗੁਰੂ ਭਲਾ ਕਰੇ ਆਪਾਂ ਇਸ ਗੱਲ ਨੂੰ ਸਮਝ ਗਏ। ਮੇਰਾ ਗੁਰੂ ਨਾ ਗਰਾਊਂਡ ਦੇ ਵਿੱਚ, ਆ ਕੀ ਹੈ? ਗਰਾਊਂਡ ਹੈ, ਇੱਕ ਸਕੂਲ ਹੈ, ਇੱਕ ਕਮਰਾ ਹੈ, ਇੱਕ ਸਾਡਾ ਹਾਲ ਹੈਗਾ। ਇਸ ਹਾਲ ਦੇ ਵਿੱਚ ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਆ ਜਾਂਦਾ। ਗੁਰੂ ਸਾਡੀ ਉਡੀਕ 2 ਘੰਟੇ ਪਹਿਲਾਂ ਕਰਨ ਲੱਗ ਜਾਂਦਾ, ਤੇ ਬੱਚੇ ਸਾਰੇ 2 ਘੰਟੇ 1.5 ਘੰਟਾ 3 ਘੰਟੇ ਕੋਈ 6 ਘੰਟੇ ਇਦਾਂ ਲੇਟ ਆਉਂਦੇ ਨੇ। ਤੇ ਜੇ ਹੁਣ ਸਕੂਲ ਦੇ ਵਿੱਚ ਟੀਚਰ ਪਹਿਲਾਂ ਆ ਜਾਏ ਤੇ ਬੱਚੇ ਲੇਟ ਹੋਣ, ਫਿਰ ਕੀ ਹੁੰਦਾ ਆਪਾਂ ਨੂੰ ਪਤਾ ਨਾ। ਗਰਾਊਂਡ ਵਿੱਚ ਖੇਡਣ ਵੇਲੇ ਬੱਚੇ ਵੱਡੇ ਖਿਡਾਰੀ ਲੇਟ ਨੇ, ਤੇ ਆਪਾਂ ਨੂੰ ਪਤਾ ਜੇ ਕੋਚ ਪਹਿਲਾਂ ਵਗ ਗਿਆ ਫਿਰ ਕੀ ਹੁੰਦਾ, ਫੜ ਕੇ ਮਾਗਲਾ ਬਾਹਰ ਕੱਢਦਾ। ਪਹਿਲੀ ਗੱਲ ਤਾਂ ਗਰਾਊਂਡ 'ਚ ਜਾਣਾ ਹੀ ਮੁਸ਼ਕਿਲ ਹੋ ਜਾਂਦਾ, ਸਕੂਲ ਦੇ ਅੰਦਰ ਐਂਟਰ ਹੋਣਾ ਹੀ ਮੁਸ਼ਕਿਲ ਹੋ ਜਾਂਦਾ ਨਾ। ਫਿਰ ਸਾਡਾ ਗੁਰੂ ਕਿਹੋ ਜਿਹਾ ਜਿਹਦੀ ਆਪਾਂ ਵਡਿਆਈ ਕਰਦੇ ਸੀ ਵੀ ਮੇਰਾ ਮਾਲਕ ਦਾ ਇੰਨਾ ਸੁਨੇਹਾ ਆ ਜਾਂਦਾ, ਉਹ ਕਹਿੰਦਾ ਤੂੰ ਆ, ਕਹਿੰਦਾ ਮੇਰੇ ਬਰੋਬਰ ਨੂੰ, ਮੇਰੇ ਨੂੰ ਪਹਿਲਾਂ ਤਾਂ ਛੱਡ, ਮੇਰੇ ਬਰੋਬਰ ਨੂੰ ਹੀ ਆ ਜਾ, ਬਸ ਜਦੋਂ ਮੈਂ ਆਇਆ ਨਾ ਉਦੋਂ ਹੀ ਆ ਜਾ ਕਰ, ਫਿਰ ਤੇਰੀ ਜ਼ਿੰਦਗੀ ਕੁਛ ਬਦਲ ਸਕਦੀ ਹੈ। ਇਹਨੂੰ ਕਹਿੰਦੇ ਆ ਪਿਆਰ ਦੀ ਜ਼ਿੰਦਗੀ। ਤੇ ਜਦੋਂ ਆਪਾਂ ਇਹ ਪਿਆਰ ਦੀ ਜ਼ਿੰਦਗੀ ਵਿੱਚ ਗੁਰੂ ਕੋਲੇ ਆਵਾਂਗੇ ਤੇ ਆ ਕੇ ਗੁਰੂ ਨੂੰ ਕੁਝ ਪੁੱਛਾਂਗੇ ਨਾ, ਫਿਰ ਉਹ ਬੋਲਦਾ। ਚਾਹੇ ਆਪਾਂ ਪੁੱਛ ਲਓ ਆਪ ਖੁਦ, ਕੁਛ ਨਹੀਂ ਕਹਿੰਦਾ ਉਹ, ਤੇ ਚਾਹੇ ਆਪਾਂ ਕਿਸੇ ਦੇ ਰਾਹੀਂ ਪੁੱਛ ਸਕਦੇ ਹਾਂ ਵੀ ਜਿਹੜੀ ਦੁਨੀਆ ਨੇ ਗੱਲ ਕਹੀ ਹੈ ਵੀ ਇੱਥੇ ਪ੍ਰੀਤਾਂ ਦੇ ਵਣਜਾਰੇ ਬਹੁਤ ਨੇ। ਦੁਨੀਆ ਵਿੱਚ ਪਿਆਰ ਦੇ ਵਣਜਾਰੇ, ਪ੍ਰੀਤ ਦੇ ਵਣਜਾਰੇ ਬਹੁਤ ਨੇ। ਉਹ ਆਪਾਂ ਨਾ ਗਿਣ ਲਏ ਕਿਹੜੇ ਕਿਹੜੇ ਨੇ। ਇੱਕ ਵਕਾਰ, ਦੂਜਾ ਵਿਹਾਰ, ਤੇ ਤੀਜਾ ਪਿਆਰ। ਹੁਣ ਚੇਤਾ ਰੱਖਿਓ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਕਿੱਦਾਂ ਲਿਖਿਆ ਗਾ। ਅੱਜ ਦੇ ਸ਼ਬਦ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਪੜ੍ਹ ਲਈਏ, ਫਿਰ ਆਪਾਂ ਗੁਰੂ ਨੂੰ ਪੁੱਛ ਲਾਂਗੇ। ਹੁਣ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਸਾ ਧਨ ਬਾਲੀ ਧੁਰ ਮੇਲੀ, ਧੁਰ ਤੋਂ ਮੇਲੀ ਮਿਲ ਪਈ। ਉਹ ਤਾਂ ਮਿਲੀ ਹੋਈ ਆ, ਅੰਤਰ ਕੋਈ ਨਹੀਂ ਨਾ। ਜੇ ਆਪਾਂ ਕਹੀਏ ਬੱਤੀ ਦਾ ਤੇ ਲੋ ਦਾ ਆਪਸੀ ਅੰਤਰ ਹੈ, ਨਹੀਂ ਅੰਤਰ। ਜਦੋਂ ਲੋ ਚੱਲਦੀ ਆ ਨਾ, ਮਤਲਬ ਬੱਤੀ ਜਗਦੀ ਆ, ਤਾਂ ਉਹਦਾ ਆਪਸ ਵਿੱਚ ਕੋਈ ਫਰਕ ਨਹੀਂ ਹੈ। ਦੀਵੇ ਤੋਂ ਬਿਨਾ, ਤੇਲ ਤੋਂ ਬਿਨਾ, ਬੱਤੀ ਤੋਂ ਬਿਨਾ ਜੋਤ, ਅੱਗ ਚੱਲਦੀ ਨਹੀਂ। ਬਾਣੀ 'ਚ ਵੀ ਲਿਖਿਆ ਨਾ, ਪਾਤਸ਼ਾਹ ਜੀ ਜ਼ਿਕਰ ਕਰਦੇ, ਜਬ ਲੱਗ ਤੇਲ ਦੀਵੇ ਮੁੱਖ ਬਾਤੀ। ਜਿੰਨਾ ਟਾਈਮ ਸਰੀਰ ਰੂਪੀ ਦੀਵੇ ਦੇ ਵਿੱਚ ਤੇਲ ਹੈ, ਸਵਾਸਾਂ ਰੂਪੀ ਬੱਤੀ ਹੈ, ਜਿੰਨਾ ਟਾਈਮ ਉਨਾ ਟਾਈਮ ਹੀ ਜੋਤ ਜਲਦੀ ਆ। ਜਦੋਂ ਤੇਲ ਮੁੱਕ ਗਿਆ, ਬੱਤੀ ਮੱਚ ਗਈ, ਤੇ ਫਿਰ ਇਹ ਜੋਤ ਬੁਝ ਜਾਂਦੀ ਆ। ਹੁਣ ਗੁਰੂ ਸਾਹਿਬ ਕਹਿੰਦੇ ਫਿਰ ਸਾਡਾ ਨਾਤਾ ਤਾਂ ਉਹ ਵਾਹਿਗੁਰੂ ਪਰਮਾਤਮਾ ਨਾਲ ਮੁੱਢ ਤੋਂ ਜੁੜ ਗਿਆ ਨਾ। ਇਹ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਸਾਡੇ ਅੰਦਰ ਗੁਰੂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਂ ਦੀ ਕੋਈ ਅੰਸ਼ ਵੰਸ਼ ਹੈ ਹੀ ਨਹੀਂ। ਕਹੋ ਕਬੀਰ ਹਮ ਤੋਂ ਭਾਵ ਮੈਂ, ਅੰਦਰਲੇ ਤਲ ਤੇ ਗੱਲ ਕੀਤੀ ਆ, ਮੈਂ ਰਾਮ ਕੀ ਅੰਸ਼। ਕਹਿਣ ਤੋਂ ਭਾਵ ਸਾਰਿਆਂ ਅੰਦਰ ਉਹ ਜੋਤ ਤਾਂ ਵਾਹਿਗੁਰੂ ਜੀ ਨੇ ਦੇਤੀ, ਪਰ ਉਹ ਜੋਤ ਨਾਲ ਵਾਹਿਗੁਰੂ ਪਰਮਾਤਮਾ ਦਾ ਅਸੀਂ ਮਿਲਾਪ ਨਹੀਂ ਹੋਣ ਦਿੱਤਾ ਗਾ। ਇਹ ਸਾਡੀ ਬਹੁਤ ਵੱਡੀ ਇੱਕ ਕਮੀ ਬਣ ਗਈ। ਮਤਲਬ ਜੋਤ ਅੰਦਰਲੀ ਦਾ ਮਿਲਾਪ ਕਿਵੇਂ ਨਹੀਂ ਹੋਣ ਦਿੱਤਾ? ਕਿਉਂਕਿ ਕੁਝ ਟਾਈਮ ਪਿੱਛੇ ਜਾਈਏ ਨਾ, ਕਿਸੇ ਕਿਸੇ ਇਲਾਕੇ ਦੇ ਵਿੱਚ ਅੱਜ ਲਾ ਲਓ ਉਹ ਸਾਧਨ ਹੈ, ਜਿਹੜੇ ਸਾਧਨ ਦਾ ਆਪਾਂ ਜ਼ਿਕਰ ਕਰਦੇ ਹਾਂ, ਵੈਸੇ ਤੁਸੀਂ ਸਾਰੇ ਜਾਣਦੇ ਹੋ, ਲਾਲਟਨ ਵੀ ਭਾਵ ਉਹਦੇ ਅੰਦਰਲੇ ਪਾਸੇ ਇੱਕ ਜੋਤ ਬੱਤੀ ਚੱਲਦੀ ਆ।
ਵਾਰੀ ਤੌਰ ਤੇ ਚਿਮਣੀ ਲੱਗੀ ਹੋਈ ਆ ਕੱਚ ਦੀ, ਤੇ ਉਹ ਚਿਮਣੀ ਆ ਸਾਰੀ ਰਾਤ ਵਿੱਚ ਕਾਲੀ ਹੋ ਜਾਂਦੀ ਆ, ਤੇ ਦੂਸਰੇ ਦਿਨ ਦੀ ਤਿਆਰੀ ਵਾਸਤੇ ਉਹ ਚਿਮਣੀ ਸਾਫ਼ ਕਰਨੀ ਪੈਂਦੀ ਆ। ਮੰਨ ਲਓ 1 ਦਿਨ 2 ਦਿਨ 4 ਦਿਨ 10 ਦਿਨ ਚਿਮਣੀ ਸਾਫ਼ ਨਾ ਕੀਤੀ, ਅੰਦਰ ਜੋਤ ਚੱਲ ਰਹੀ ਆ ਪਰ ਚਾਨਣ ਬਾਹਰ ਨਹੀਂ ਆ ਰਿਹਾ। ਜੋਤ ਜਗਦੀ ਅੰਦਰ, ਐਸੀ ਗੱਲ ਨਹੀਂ ਜਗਦੀ, ਪਰ ਚਾਨਣ ਆ ਜਿਹੜਾ ਉਹ ਬਾਹਰ ਨਹੀਂ ਆ ਰਿਹਾ ਹੈਗਾ, ਪ੍ਰਕਾਸ਼ ਬਾਹਰ ਨਹੀਂ ਆ ਰਿਹਾ ਹੈਗਾ। ਇਵੇਂ ਜਿਵੇਂ ਸਾਡਾ ਸੁਭਾਅ ਬਣ ਗਿਆ ਮਨਮੁਖ ਦਾ ਸੁਭਾਅ ਵੀ, ਉਹ ਮਾਲਕ ਪਰਮੇਸ਼ਰ ਨੇ ਜੋਤ ਟਿਕਾ ਦਿੱਤੀ, ਐਸੀ ਗੱਲ ਨਹੀਂ ਟਿਕੇਗੀ। ਪਰ ਜਿਹੜਾ ਸਾਡਾ ਅੰਦਰ ਦਾ ਸੁਭਾਅ, ਅੰਦਰ ਦੀ ਵਿਰਤੀ ਆ, ਪ੍ਰਕਾਸ਼ ਆ, ਉਹ ਬਾਹਰ ਕਿਸੇ ਲੇਖੇ 'ਚ ਨਹੀਂ ਹੈ। ਚਲੋ ਆਪਾਂ ਇਉਂ ਕਹ ਲਓ ਬੰਦਾ ਆਪਦੇ ਤੱਕ ਹੀ ਸੀਮਤ ਹੋਵੇ, ਨਹੀਂ ਬਾਹਰ, ਬੰਦਾ ਆਪਦੇ ਤੱਕ ਹੀ ਸੀਮਤ ਹੋਵੇ। ਸਾਡਾ ਸੁਭਾਅ ਕਿਹੋ ਜਿਹਾ ਬਣ ਗਿਆ, ਅਸੀਂ ਆਪਣੇ ਤੱਕ ਵੀ ਸੀਮਤ ਨਹੀਂ ਰਹੇਗੇ, ਅਸੀਂ ਆਪਣੇ ਤੱਕ ਵੀ ਨਹੀਂ। ਅਸਲ ਤਾਂ ਆਪਾਂ ਪਰ ਉਪਕਾਰੀ ਮਤਲਬ ਦੂਜਿਆਂ ਤੱਕ ਸੀਮਤ ਹੋਣਾ ਸੀ। ਆਪਣੇ ਲਈ ਹਰ ਕੋਈ ਕਰਦਾ, ਪਰ ਆਪਣੇ ਲਈ ਹਰ ਕੋਈ ਕਰਦਾ ਇਹ ਕਹਾਵਤ ਬਣ ਕੇ ਰਹਿ ਗਿਆ। ਤੇ ਅੱਜ ਦੇ ਸਮੇਂ ਵਿੱਚ ਆਪਣੇ ਲਈ ਕਿੰਨਾ ਕਰਦੇ ਨੇ? ਅੱਛਾ, ਜਿਨ੍ਹਾਂ ਨੇ ਆਪਣੇ ਲਈ ਕਰਨਾ ਹੋਵੇ, ਕੁਛ ਆਪਣਾ ਚੰਗਾ ਬਣਾਉਣਾ ਹੋਵੇ, ਉਹ ਫਿਰ ਸਰੀਰ ਨੂੰ ਗਾਲਣ ਕਿਉਂ ਭਾਈ ਨਸ਼ੇ ਦੇ ਰੂਪ 'ਚ, ਬਕਾਰੀ ਭਾਵਨਾ 'ਚ, ਏਡਜ਼ ਵਰਗੀਆਂ ਬਿਮਾਰੀਆਂ ਦੇ ਕਿਉਂ ਸ਼ਿਕਾਰ ਹੋਣ? ਜਿਨ੍ਹਾਂ ਨੇ ਕੁਛ ਆਪਣੇ ਲਈ ਕਰਨਾਗਾ। ਹੁਣ ਗੁਰੂ ਸਾਹਿਬ ਜੀ ਨੇ ਜ਼ਿਕਰ ਕੀ ਕੀਤਾ, ਕਹਿੰਦੇ ਫਿਰ ਭਾਈ ਉਹ ਜੋਤ ਤਾਂ ਪਰਮਾਤਮਾ ਨੇ ਸਭ ਦੇ ਅੰਦਰ ਧਰੀ ਆ, ਪਰ ਉਹ ਜੋਤ ਤੋਂ ਕੰਮ ਕੋਈ ਲੈਂਦਾ ਗਾ, ਕੋਈ ਵਿਰਲਾ। ਤੇ ਪਰ ਇੱਥੇ ਜ਼ਿਕਰ ਕੀ ਕੀਤਾ, ਸਾਡਾ ਉਹ ਜੋਤ ਨਾਲ ਸੰਬੰਧ ਮਿਲਾਪ ਮੁੱਢ ਤੋਂ ਆ। ਉਹ ਜੋਤ ਤੋਂ ਬਿਨਾ ਅਸੀਂ ਜਿਉ ਨਹੀਂ ਸਕਦੇ। ਜੋਤ ਚੱਲਦੀ ਆ, ਪਰ ਜੋਤ ਦਾ ਜਿਹੜਾ ਮਿਲਾਪ ਸੀ ਨਾ, ਮਿਲਣੀ ਸੀ, ਉਹ ਪਰਮਾਤਮਾ ਨਾਲ ਅਸੀਂ ਨਹੀਂ ਕਰ ਸਕੇ, ਸਾਡੇ ਗੁਰੂ ਨਾਲ ਅਸੀਂ ਨਹੀਂ ਕਰ ਸਕੇ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਜ਼ਿਆਦਾਤਰ ਉਸ ਪਾਵਨ ਸ਼ਬਦ ਨੂੰ ਆਪਾਂ ਨਾ ਆਨੰਦ ਕਾਰਜਾਂ ਦੇ ਸਮੇਂ ਪੜ੍ਹਦੇ ਆਂਗੇ। ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੈਠੀ ਜੋੜੀ, ਇੱਕ ਬੱਚਾ ਇੱਕ ਬੱਚੀ, ਜਿਨ੍ਹਾਂ ਦਾ ਆਨੰਦ ਕਾਰਜ ਹੋ ਰਿਹਾ ਹੈਗਾ, ਉਹਨਾਂ ਦੇ ਪਰਥਾਏ ਬੋਲਤਾ, ਚਲੋ ਕੋਈ ਗੁਨਾਹ ਨਹੀਂ ਹੈ। ਜਿਹਦੇ ਵਿੱਚੋਂ ਸਿੱਖਿਆ ਲੈਤੀ ਜਾਵੇ ਨਾ, ਕੋਈ ਗੁਨਾਹ ਨਹੀਂ ਹੈ। ਪਰ ਸੱਚਾਈ ਇਹ ਆ ਵੀ ਜੋ ਸਨਮੁਖ ਬੈਠੇ ਨੇ, ਮੈਨੂੰ ਨਹੀਂ ਲੱਗਦਾ ਵੀ ਜੋ ਗੁਰੂ ਦੀ ਬਾਣੀ ਪੜ੍ਹ ਰਹੇ ਆ ਉਹਦੇ ਮੁਤਾਬਕ ਉਹ ਸਿੱਖਿਆ ਲੈ ਰਹੇ ਨੇ, ਨਹੀਂ। ਪਰ ਅੱਜ ਦਾ ਦੁਖਾਂਤ ਤਾਂ ਮੈਂ ਬੱਚੇ ਦੀ ਜ਼ਰੂਰ ਕਵਾਂਗਾ, ਤੁਸੀਂ ਸਮਝ ਜਿਓ, ਸਿਆਣਿਆਂ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਗਾ। ਅੱਜ ਸਿੱਖਾਂ ਦੀਆਂ ਕੁੜੀਆਂ, ਸਿੱਖਾਂ ਦੇ ਲੜਕੇ ਨਸ਼ਾ ਕਰਕੇ, ਲੜਕੀਆਂ ਸਿਰ ਨੰਗਾ ਕਰਕੇ ਆਨੰਦ ਕਾਰਜ ਕਰਾਉਂਦੀਆਂ ਨੇ। ਕਿਸੇ ਬਿਰਲੇ ਪਰਿਵਾਰ ਨੂੰ ਛੱਡ ਦੋ, ਬਥੇਰਾ ਕਹਿੰਦੇ ਭਾਈ ਲੜਕੇ ਸਿਰ ਢੱਕ ਲੋ, ਕਹਿੰਦੇ ਪੈਕਿੰਗ ਹੀ ਇੰਨੀ ਤਕੜੀ ਕੀਤੀ ਆ, ਸਿਰ ਨਰੜੀ ਇੰਨਾ ਤਕੜਾ ਗਾ, ਕਹਿੰਦੇ ਨਾ ਤਾਂ ਉਹ ਚੁੰਨੀ ਅੱਗੇ ਹੋਵੇ ਤੇ ਨਾ ਪਿੱਛੇ ਹੋਵੇ। ਸਿਆਣੀ ਲੜਕੀ ਆਪਣੇ ਸਹੁਰਾ ਪਿਤਾ ਦੇ ਅੱਗੇ ਨਾ, ਚੇਤਾ ਰੱਖੋ, ਸਿਰ ਨੰਗਾ ਕਰਕੇ ਨਹੀਂ ਜਾਂਦੀ। ਤੇ ਅੱਜ ਸਾਡੀ ਕਿੱਥੋਂ ਤੱਕ ਕਮਜ਼ੋਰੀ ਆ ਗਈ, ਅਸੀਂ ਆਪਣੇ ਗੁਰੂ ਪਿਤਾ ਅੱਗੇ ਵੀ ਸਿਰ ਨੰਗਾ। ਚਲੋ ਕਾਰਨ ਆ, ਮੇਰੇ ਵਾਹਿਗੁਰੂ ਨੇ ਸਾਨੂੰ ਇੱਕ ਨਿਯਮ ਦਿੱਤਾ ਵੀ ਨਹੀਂ ਬੇਟੀ ਤੂੰ ਇੱਥੇ ਆ ਕੇ ਸਿਰ ਕੱਜ ਕੇ ਆਉਣਾ, ਪੂਰਾ ਸਿਰ ਨਹੀਂ, ਪੂਰਾ ਤਾਨੀ ਕੱਜ ਕੇ ਆਉਣਾਗਾ, ਸਿਰ ਤਾਂ ਛੱਡ। ਤੇ ਅੱਜ ਕੀ ਹਾਲ ਨੇ ਉਹ ਦੇਖੋ। ਨਸ਼ਾ ਕੀਤਾ ਤੇ ਕਹਿੰਦੇ ਕੀ ਆਨੰਦ ਕਾਰਜ ਜਾਣਾ ਕਿੱਧਰ ਹੁੰਦਾ, ਤੁਰ ਕਿੱਧਰ ਨੂੰ ਪੈਨੇ ਆਪਾਂ। ਇੱਥੇ ਸਿੱਧ ਕੀ ਹੁੰਦਾ ਵੀ ਜੋ ਪੜ ਰਿਹਾ ਉਹ ਤੇ ਅਮਲ ਨਹੀਂ, ਉਹ ਇੱਕ ਰਸਮ ਰਹੇਗੀ ਨਾ। ਇਸੇ ਕਰਕੇ ਤਕਲੀਫਾਂ ਵਧ ਗਈਆਂ, ਇਸੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਦੁਖਾਂਤ ਆ, ਜਿਹੜੇ ਦੁੱਖ ਨੇ ਉਹ ਵੱਧ ਗਏ ਭਾਈ। ਬਸ ਸਮਝੋ ਇਸ ਗੱਲ ਨੂੰ, ਕੋਈ ਫਰਕ ਨਹੀਂ ਪੈਂਦਾ, ਕੋਈ ਬਹੁਤਾ ਜ਼ਿਆਦਾ ਘਾਟਾ ਨਹੀਂ ਪੈਂਦਾ, ਕਿਸੇ ਤਰ੍ਹਾਂ ਦਾ ਕੋਈ ਨਵਾਂ ਦੁੱਖ ਨਹੀਂ ਖੜਾ ਹੁੰਦਾ ਵੀ ਜੇ ਅਸੀਂ ਇੱਦਾਂ ਨਾ ਕੁਛ ਕਰਾਇਆ ਤੇ ਸਾਡੀ ਆਉਣ ਵਾਲੀ ਜ਼ਿੰਦਗੀ ਵਿੱਚ ਕੱਲ ਨੂੰ ਕੋਈ ਦੁੱਖ ਨਾ ਖੜਾ ਹੋ ਜੇ। ਇੱਦਾਂ ਦੀ ਰੀਤ ਮੁਤਾਬਕ ਕਰਾਉਣ ਨਾਲ ਦੁੱਖ ਤਾਂ ਖੜਾ ਹੋ ਸਕਦਾ, ਪਰ ਉਹ ਰੀਤ ਛੱਡਣ ਨਾਲ ਦੁੱਖ ਨਹੀਂ ਖੜਾ ਹੋਊਗਾ, ਇਹ ਗਰੰਟੀ ਆ। ਕਹਿਣ ਤੋਂ ਭਾਵ ਵੀ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਏਕ ਜੋਤ ਦੋਏ ਮੂਰਤੀ ਕੀ, ਏਕ ਜੋਤ ਦੋਏ ਮੂਰਤੀ ਦੇ ਧਾਰਨੀ ਉਹ ਬਣ ਚੁੱਕੇ ਨੇ। ਨਹੀਂ, ਦੇਖੋ ਕਿੱਡੀ ਵਧੀਆ ਗੱਲ ਕਹੀ ਆ। ਦੀਵੇ ਦੋ ਆ, ਪਾਤਸ਼ਾਹ ਕਹਿੰਦੇ ਦੋਨਾਂ ਦੀ ਜੋਤ ਇੱਕ ਆ। ਦੀਵੇ ਦੋ ਆ, ਜੋਤ ਇੱਕ, ਮਤਲਬ ਵਿਚਾਰਧਾਰਾ ਇੱਕ, ਸਰੀਰ ਦੋ। ਤੇ ਜਿੱਥੇ ਵਿਚਾਰਧਾਰਾ ਇੱਕ ਤੇ ਸਰੀਰ ਦੋ ਹੋਣ, ਪਾਤਸ਼ਾਹ ਜੀ ਕਹਿੰਦੇ ਦਰ ਅਸਲ ਨਾ ਉੱਥੇ ਹੀ ਜਿਹੜੇ ਆਪਾਂ 3 ਪੁਆਇੰਟ ਬੋਲੇ ਸੀ ਨਾ, ਪਹਿਲਾ ਵਕਾਰ ਤੇ ਦੂਜਾ ਵਿਹਾਰ ਤੇ ਤੀਜਾ ਪਿਆਰ, ਉੱਥੇ ਪਿਆਰ ਦੀ ਭਾਵਨਾ ਪੈਦਾ ਹੁੰਦੀ ਆ।
ਜਿੱਥੇ ਵਿਚਾਰ ਇੱਕ ਹੋ ਜਾਣ, ਜਿੱਥੇ ਵਿਚਾਰ ਇੱਕ ਹੋ ਜਾਣ, ਫਿਰ ਮਾਫ ਕਰਨਾ, ਉੱਥੇ ਲੜਕੇ ਨੂੰ ਆਪਣੀ ਪਤਨੀ ਦਾ ਪੇਕਾ ਪਿੰਡ ਮਤਲਬ ਆਪਣਾ ਸਹੁਰਾ ਘਰ, ਉੱਥੇ ਜਿੰਨੇ ਵੀ ਰਿਸ਼ਤੇਦਾਰ ਨੇ ਸਾਰੇ ਆਪਦੇ ਜਾਪਦੇ ਆ, ਉਹਨੂੰ ਫਰਕ ਕੋਈ ਨਹੀਂ ਲੱਗਦਾ। ਤੇ ਲੜਕੀ ਨੂੰ ਆਪਣੇ ਪਤੀ ਲੜਕੇ ਦਾ ਘਰ, ਜੋ ਉਹਦਾ ਸਹੁਰਾ ਘਰ ਆ, ਉੱਥੇ ਸਾਰੇ ਜਿੰਨੇ ਦਿਓਰ ਜੇਠ ਨਣਦ ਭਰਜਾਈਆਂ ਜਿੰਨੀਆਂ ਨੇ ਸਭ ਆਪਦੀਆਂ ਲੱਗਦੀਆਂ, ਕਹਿੰਦੀ ਫਰਕ ਹੀ ਕੋਈ ਨਹੀਂ ਲੱਗਦਾ। ਇਹ ਦ੍ਰਿਸ਼ਟਾਂਤ ਬਾਬੇ ਨਾਨਕ ਦੇ ਘਰੋਂ ਲੈ ਲਓ, ਸੁਲਤਾਨਪੁਰ ਤੋਂ ਤੇ ਪਿੱਛੇ ਨੂੰ ਤੁਰਿਆਓ ਤਲਵੰਡੀ ਵੱਲ ਨੂੰ। ਇਹ ਸਾਰੀ ਕਿਰਿਆ ਆਪਾਂ ਉੱਥੇ ਵੇਖ ਸਕਦੇ ਆ ਵੀ ਨਣਦ ਭਰਜਾਈ ਦੀ ਲੜਾਈ ਹੈ ਨਾ, ਕੋਈ ਹੋਰ ਆਂਢ ਗੁਆਂਢ 'ਚ ਲੜਾਈ ਹੈ ਨਾ, ਕਿਸੇ ਤਰ੍ਹਾਂ ਦਾ ਹੋਰ ਕੋਈ ਬੈਰ ਵਿਤਕਰਾ ਹੈ, ਬਿਲਕੁਲ ਹੀ ਨਹੀਂਗਾ। ਇਹ ਉਦਾਹਰਨਾਂ ਆਪਾਂ ਆਪਣੇ ਗੁਰੂ ਸਾਹਿਬ ਦੇ ਇਤਿਹਾਸ ਵਿੱਚੋਂ ਲੈ ਸਕਦੇ ਆ। ਵਾਹਿਗੁਰੂ ਭਲਾ ਕਰੇ, ਇਹਨੂੰ ਕਹਿੰਦੇ ਆ ਪਿਆਰ ਦੀ ਬਿਰਤੀ। ਫਿਰ ਉਹਨਾਂ ਅੰਦਰ ਖਿਆਲ ਕੀ ਬਣ ਗਿਆ, ਸਭ ਮਹਿ ਜੋਤ ਜੋਤ ਹੈ ਸੋਏ। ਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਇੱਥੇ ਵੀ ਸਭ ਦੇ ਵਿੱਚ ਇੱਕ ਜੋਤ ਚੱਲਦੀ ਆ, ਜਿਹੜੀ ਉਹ ਜੋਤ ਚੱਲਦੀ ਆ ਨਾ, ਉਹ ਇੱਕੋ ਹੀ ਆ ਭਾਈ। ਜਿਵੇਂ ਇੱਕ ਉਦਾਹਰਨ ਹੋਰ ਲੈ ਲਵੋ ਵੀ ਇੱਕ ਬਗੀਚੀ ਆ, ਬਗੀਚੀ ਦੇ ਵਿੱਚ ਫੁੱਲ ਨੇ ਵੱਖੋ ਵੱਖਰੇ ਕਿਸਮ ਦੇ, ਉਹਨਾਂ ਦੇ ਰੰਗ ਰੂਪ, ਉਹਨਾਂ ਦਾ ਆਕਾਰ ਅਲੱਗ-ਅਲੱਗ, ਪਰ ਜਿਹੜੀ ਸੁਗੰਧੀ ਹੈ ਨਾ, ਖੁਸ਼ਬੂ ਆ, ਉਹ ਇੱਕ ਆ। ਖੁਸ਼ਬੂ ਸਾਰਿਆਂ ਦੀ ਉਹ ਇੱਕ ਆ, ਭਾਵ ਖੁਸ਼ਬੂ ਹੀ ਹੈ। ਉਹ ਖੁਸ਼ਬੂ ਦਾ ਥੋੜਾ ਬਹੁਤਾ ਮਤਲਬ ਕਿ ਇਦਾਂ ਸੁੰਘਣ ਸ਼ਕਤੀ ਕਰਕੇ ਸਾਨੂੰ ਫਰਕ ਲੱਗਦਾ ਗਾ, ਪਰ ਉਹ ਪਰਮਾਤਮਾ ਨੇ ਸਭ ਨੂੰ ਇੱਕੋ ਜਿਹੀ ਖੁਸ਼ਬੂ ਦੇ ਦਿੱਤੀ। ਜਿਵੇਂ ਹੋਰ ਉਦਾਹਰਨ ਲੈ ਲਵੋ ਵੀ ਅਸੀਂ ਡੰਗਰ ਚਾਰਦੇ ਹਾਂ, ਗੁੱਜਰ ਗਾਈਆਂ ਲਈ ਫਿਰਦੇ ਨੇ, ਜਾਂ ਆਪਣੇ ਕੁਝ ਟਾਈਮ ਪਿੱਛੇ ਜਾਈਏ ਜਾਂ ਆਪਣੇ ਘਰਾਂ ਵਿੱਚ ਹੀ ਲਾ ਲਓ 5-7 ਪਸ਼ੂ ਬੰਨੇ ਹੋਏ ਨੇਗੇ। ਹੁਣ 5-7 ਪਸ਼ੂਆਂ ਦਾ, ਚਾਹੇ ਉਹ ਲਾਲ ਗਾਂ ਗੀ, ਚਾਹੇ ਚਿੱਟੀ ਗਾਂ ਗੀ, ਚਾਹੇ ਉਹ ਕਾਲੀ ਗਾਂ ਗੀ, ਸਾਰਿਆਂ ਦਾ ਦੁੱਧ ਚੋਇਆ ਗਿਆ, ਇੱਕ ਥਾਂ ਇਕੱਠਾ ਕੀਤਾ ਗਿਆ। ਚੇਤਾ ਰੱਖਿਓ, ਉਹ ਦੁੱਧ ਦੇ ਵਿੱਚ ਅੰਤਰ ਹੈ, ਕੋਈ ਵਾਈਟ ਚਿੱਟਾ ਹੀ ਆ। ਉਹ ਇਹ ਨਹੀਂ ਹੈ ਵੀ ਗੋਰੀ ਗਾਂ ਦਾ ਲਾਲ ਦੁੱਧ ਹੈਗਾ, ਕਾਲੀ ਗਾਂ ਦਾ ਕਾਲਾ ਦੁੱਧ ਆ, ਚਿੱਟੀ ਗਾਂ ਦਾ ਚਿੱਟਾ ਦੁੱਧ ਆ, ਇਹ ਨਹੀਂ ਹੈ। ਜਿਵੇਂ ਦੁੱਧ ਸਾਰੇ ਜੀਵਾਂ ਦਾ ਇੱਕ ਆ ਨਾ, ਪਸ਼ੂਆਂ ਦਾ ਇੱਕ ਰੰਗ ਦਾ, ਇਵੇਂ ਜਿਵੇਂ ਵਾਹਿਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਹੀ ਪਰਮਾਤਮਾ ਨੇ ਜੋਤ ਟਿਕਾਈ ਹੋਈ ਆ। ਉਹ ਜੋਤ ਦਾ ਮਿਲਾਪ ਤਾਂ ਧੁਰੋਂ ਕੀਤਾ ਵਿਆਗਾ, ਪਰ ਸਾਡੀ ਪਹਿਲੀ 2 ਪੁਆਇੰਟਾਂ ਕਰਕੇ, ਕਮਜ਼ੋਰੀ ਕਰਕੇ ਅਸੀਂ ਉਹ ਵਾਹਿਗੁਰੂ ਜੀ ਨੂੰ ਮਿਲ ਨਹੀਂ ਸਕੇ। ਹੁਣ ਤੀਜਾ ਪੱਖ ਆਪਾਂ ਮੋੜਿਆ ਪਿੱਛੇ ਨੂੰ ਵੀ ਤੀਜਾ ਪੱਖ ਸਾਡਾ ਪਿਆਰ ਵਾਲਾ ਕਿਵੇਂ ਬਣ ਸਕਦਾ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਮੰਨਿਆ, ਪਹਿਲਾਂ ਪਤੀ ਤੇ ਪਤਨੀ ਦੇ ਵਿਚਾਰ ਮਿਲੇ, ਵਿਚਾਰ ਮਿਲਣ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਹੈ। ਪਤਨੀ ਇਹ ਨਹੀਂ ਆਪਣੇ ਪਤੀ ਦੇ ਕਹਿਣੇ ਤੋਂ ਬਾਹਰ ਹੈ, ਪਤੀ ਇਹ ਨਹੀਂ ਹੈ ਆਪਣੀ ਪਤਨੀ ਦੇ ਕਹਿਣੇ ਤੋਂ ਬਾਹਰ ਹੈ। ਦੋਨਾਂ ਦੀ ਵਿਚਾਰਧਾਰਾ ਇੱਕ ਹੋਣ ਕਰਕੇ ਦੋਵਾਂ ਦਾ ਪਰਿਵਾਰ ਇੱਕ ਦੂਜੇ ਨੂੰ ਆਪਦਾ ਪਰਿਵਾਰ ਲੱਗਦਾ, ਅੰਤਰ ਕੋਈ ਨਹੀਂ, ਫਰਕ ਖਤਮ ਹੋ ਗਿਆ। ਜੋਤ ਇੱਕ ਸੀ ਨਾ, ਇੱਕ ਜੋਤ ਤੋਂ ਭਾਵ ਚੱਲੀ ਹੋਈ ਗੱਲ ਪੂਰੇ ਪਰਿਵਾਰ ਦੀ ਜੋਤ ਇੱਕ ਹੋ ਗਈ। ਪੂਰੇ ਪਰਿਵਾਰ ਦੀ ਜਿੱਥੇ ਜੋਤ ਇੱਕ ਹੋਈ ਹੈ, ਫਿਰ ਉੱਥੇ ਬਾਬੇ ਨਾਨਕ ਵਰਗੇ ਮਹਾਨ ਯੋਧਿਆਂ ਨੇ ਪੂਰੇ ਸੰਸਾਰ ਦੀ ਜੋਤ ਨੂੰ ਇੱਕ ਕਰਕੇ ਜਾਣਿਆ। ਪੂਰੇ ਪਰਿਵਾਰ ਤੋਂ ਫਿਰ ਗੁਆਂਢ ਤੇ ਚੱਲ ਪਈ ਗੱਲ, ਫਿਰ ਏਰੀਏ 'ਚ, ਫਿਰ ਸਮਾਜ ਦੇ ਵਿੱਚ ਚੱਲ ਪਈ ਗੱਲ। ਇੰਨੀ ਫਰਕ ਆ ਨਾ। ਹੁਣ ਗੁਰਬਾਣੀ ਆ ਪਿਆਰ ਸਿਖਾਉਂਦੀ ਆ ਭਾਈ, ਗੁਰਬਾਣੀ ਵਿਤਕਰਾ ਨਹੀਂ ਸਿਖਾਉਂਦੀ। ਤੇ ਬਾਬਾ ਹੁਣ ਦੇਖੋ ਇੱਥੇ ਥੋੜਾ ਜਿਹਾ ਫਰਕ ਲੱਭ ਲਓ। ਗੁਰੂ ਦੀ ਬਾਣੀ, ਜਿੱਥੇ ਗੁਰੂ ਦੀ ਬਾਣੀ ਦੀ ਵਿਚਾਰ ਆ, ਦੇਖੋ ਉੱਥੇ ਤਾਂ ਇਹੀ ਪੁਆਇੰਟ ਆ ਗਿਆ ਨਾ ਵੀ ਪਿਆਰ ਦੀ ਕਹਾਣੀ ਇਦਾਂ ਸਿਖਾਉਂਦੀ ਆ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ, ਸਭ ਦੀ ਭਾਵਨਾ, ਸਭ ਦਾ ਪਿਆਰ। ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਨੂੰ ਇੱਕੋ ਜਿਹੀ ਆ, ਉਹ ਕਿਸੇ ਨਾਲ ਫਰਕ ਨਹੀਂ ਰੱਖਦਾ। ਜੇ ਫਰਕ ਪਿਆ ਤਾਂ ਸਾਡਾ ਪਿਆ। ਉਹ ਪਰਮਾਤਮਾ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਹੁਣ ਗੁਰੂ ਗ੍ਰੰਥ ਸਾਹਿਬ ਸੱਚ ਬੋਲਦੇ ਨੇ, ਜਾਤ ਪਾਤ ਊਚ ਨੀਚ ਵੱਡਾ ਛੋਟਾ ਤੋਂ ਸਭ ਵਿਤਕਰਿਆਂ ਤੋਂ ਉੱਪਰ ਉੱਠ ਕੇ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਂਦੇ ਨੇ। ਤੇ ਫਰਕ ਕਿੱਥੇ ਰਹਿ ਗਿਆ? ਕਿਸੇ ਬਾਬੇ ਕੋਲ ਜਾਵਾਂਗੇ, ਡੇਰੇਦਾਰ ਕੋਲ ਜਾਵਾਂਗੇ, ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਵਿੱਚ ਦੁਫਾੜ ਪਾਉਣਾ। ਬਾਕੀ ਤਾਂ ਛੱਡੋ, ਸੱਚੀਆਂ ਹੀ ਗੱਲਾਂ ਕਰਾਂਗੇ ਆਪਾਂ। ਸਾਰੇ ਧੀਆਂ ਪੁੱਤਾਂ ਵਾਲੇ, ਮੈਂ ਤੁਹਾਡਾ ਭਰਾ ਵੀ ਆ, ਤੁਹਾਡਾ ਪੁੱਤ ਵੀ ਆ, ਤੁਹਾਡੇ ਬੱਚਿਆਂ ਵਰਗਾ ਵੀ ਹੈਗਾ। ਇੱਕੋ ਜਿਹੇ ਆਪਾਂ, ਸਾਰਾ ਪਰਿਵਾਰ ਇੱਕ ਆ। ਕੋਈ ਬਾਬੇ ਨਾਨਕ ਨੇ ਗੱਲ ਹੀ ਮੁਕਾਤੀ ਵੀ ਸਾਡਾ ਸਾਰਿਆਂ ਦਾ ਪਰਿਵਾਰ ਇੱਕ ਆ। ਤੇ ਉੱਥੇ ਕੀ ਕੀਤਾ ਜਾਂਦਾ ਹੈਗਾ? ਪਹਿਲੀ ਗੱਲ ਤਾਂ ਸਮਾਜ ਦੇ ਵਿੱਚ ਵੰਡ ਪਾਤੀ, ਇਹ ਵੱਡਾ ਇਹ ਛੋਟਾ, ਇਹ ਉੱਚੀ ਜਾਤ ਦਾ, ਤੂੰ ਨੀਵੀਂ ਜਾਤ ਦਾ, ਤੂੰ ਅੰਦਰ ਆ ਸਕਦਾ ਇਹਨੂੰ ਭਾਂਡਿਆਂ ਤੇ ਵਹਾ ਦੇ, ਤੂੰ ਝਾੜੂ ਮਾਰ, ਤੂੰ ਭਾਈ ਮੇਰਾ ਕਮਰਾ ਸਾਫ਼ ਕਰ, ਤੂੰ ਉੱਥੇ ਚੱਲ, ਤੈਨੂੰ ਮਾਨਤਾ ਦੇਤੀ। ਪਹਿਲੀ ਗੱਲ ਫਰਕ ਪਾਤਾ। ਅੱਛਾ, ਕੱਲਾ ਇਹ ਫਰਕ ਨਹੀਂ, ਪਿੰਡ 'ਚ ਵੀ ਫਰਕ, ਗੁਆਂਢ 'ਚ ਵੀ ਫਰਕ, ਫਿਰ ਪਤੀ ਪਤਨੀ ਦਾ ਵੀ ਫਰਕ। ਬਹੁਤੇ ਬਾਬੇ ਤਾਂ ਮੁਆਫ ਕਰਨਾ, ਇਦਾਂ ਦਾ ਸੁਭਾਅ ਆ ਜੋ ਆਪਾਂ ਪਿੱਛੇ ਪੜ੍ਹਿਆ ਸੁਣਿਆਗਾ।
ਵੀ ਬੱਚੇ ਬੱਚੀਆਂ ਵੀ ਆਪਦੇ ਨਾਂ ਲਵਾ ਲੈਂਦੇ ਨੇ, ਪਰਿਵਾਰ ਵੀ ਸਾਡੀਆਂ ਪਤਨੀਆਂ ਵੀ ਆਪਦੇ ਨਾਂ ਲਵਾ ਲੈਂਦੇ ਨੇ। ਦੇਖੋ ਸਾਡੇ ਸੰਸਾਰ ਦੀ ਜਿਹੜੀ ਮੱਤ ਆ ਉਹ ਕਿੱਥੋਂ ਤੱਕ ਆ। ਇਹ ਵਿਹਾਰ ਅੱਜ ਦਾ ਨਹੀਂ, ਇਹ ਵਿਹਾਰ ਗੁਰਬਾਣੀ ਵਿੱਚ ਦਰਜ ਕੀਤਾ ਹੋਇਆ। ਗਲੀ ਜਿੰਨਾ ਜਪ ਮਾਲੀਆਂ ਲੋਟੈ ਹੱਥਨ ਵਾਗੋ, ਹਰ ਕੇ ਸੰਤ ਨਾ ਆਖੀਐ ਵਾਨਾਰਸ ਕੇ, ਠੱਗ ਤੇ ਬਾਬਾ ਨਾਨਕ ਇਸ ਗੱਲ ਤੋਂ ਉਪਰਾਮ ਹੈ, ਉਪਰਾ। ਉਹ ਨਹੀਂ ਇਸ ਗੱਲ ਦੇ ਵਿੱਚ ਸਾਨੂੰ ਫਸਾਉਂਦਾ, ਉਹ ਇਸ ਵਿਕਾਰੀ ਭਾਵਨਾ ਵਿੱਚੋਂ ਬਾਹਰ ਕੱਢਦਾ ਹੈਗਾ। ਫਿਰ ਤਾਈਓ ਮੇਰੇ ਮਾਲਕ ਨੇ ਵਾਹਿਗੁਰੂ ਜੀ ਨੇ ਜ਼ਿਕਰ ਕੀਤਾ ਇੱਥੇ, ਪਿਆਰ ਦੀ ਭਾਵਨਾ ਸਭ ਮੈਂ ਜੋਤ ਜੋਤ ਹੈ ਸੋਏ ਵਾਲੀ ਹੁੰਦੀ ਆ, ਏਕ ਜੋਤ ਦੋਏ ਮੂਰਤੀ ਵਾਲੀ ਹੁੰਦੀ ਆ। ਤੇ ਉਦੋਂ ਪਿੱਛੇ ਆਪਾਂ ਪੜ੍ਹਿਆ ਸੀ ਬਿਹਾਰ ਦੀ ਭਾਵਨਾ। ਤੇ ਬਹੁਤੀ ਦੁਨੀਆ ਦਾ ਜਿਹੜਾ ਪਿਆਰ ਹੈਗਾ ਉਹ ਇਸ ਨਿਯਮ ਦੇ ਵਿੱਚ ਹੈ ਵੀ ਜਿੰਨਾ ਟਾਈਮ ਸਾਡਾ ਸਵਾਰਥ ਪੂਰਾ ਹੁੰਦਾ ਉਹਨਾਂ ਟਾਈਮ ਪਿਆਰ ਹੈ। ਜਦੋਂ ਸਵਾਰਥ ਪੂਰਾ ਹੋਣੋਂ ਹਟ ਗਿਆ ਫਿਰ ਪਿਆਰ ਖਤਮ ਹੋ ਗਿਆ। ਚਲੋ ਇਹ ਤਾਂ ਬੰਦੇ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਨਾ, ਬੰਦੇ ਦੇ ਸੁਭਾਅ ਦੀ ਗੱਲ ਕੀਤੀ ਨਾ, ਵੀ ਜਿੰਨਾ ਟਾਈਮ ਮੇਰੀ ਗਰਜ ਕਿਸੇ ਨੇ ਸਾਰਤੀ ਉਹਨਾਂ ਟਾਈਮ ਤਾਂ ਉਹ ਬੜਾ ਚੰਗਾ ਗਾ, ਉਹਨਾਂ ਟਾਈਮ ਤਾਂ ਉਹ ਮੇਰਾ ਪਿਆਰਾ ਮਿੱਤਰ ਹੈ, ਜਦੋਂ ਮੇਰੀ ਗਰਜ ਨਹੀਂ ਪੂਰੀ ਕੀਤੀ ਉਸ ਦਿਨ ਮੇਰਾ ਉਹ ਦੁਸ਼ਮਣ ਬਣ ਗਿਆ। ਇਹ ਸਾਡਾ ਸੁਭਾਅ ਦੁਨੀਆ ਦਾ, ਇਹ ਭਰਾਵਾਂ ਦਾ ਸੁਭਾਅ ਵੀ ਆ। ਚਲੋ ਇਹ ਸੁਭਾਅ ਇੱਕ ਸਰੀਰਕ ਤਲ ਤੇ ਨਾ ਦੇਖੋ, ਇਹ ਸੁਭਾਅ ਨੂੰ ਆਪਾਂ ਗੁਰੂ ਕੋਲੇ ਆ ਕੇ ਦੇਖੋ। ਜੇ ਕੁਝ ਮਿਲਦਾ ਤਾਂ ਆਉਣੇ ਆ, ਜੇ ਕੁਝ ਨਹੀਂ ਮਿਲਦਾ ਤਾਂ ਕਹਿੰਦੇ ਛੱਡ ਖੜਾ, ਹੁਣ ਸਾਡਾ ਕੀ ਮਤਲਬ ਹੈ ਇੱਥੇ। ਜੇ ਕੁਝ ਮਿਲ ਗਿਆ ਨਾ ਫਿਰ ਤਾਂ ਆ ਰਹੇ ਆ, ਜੇ ਨਹੀਂ ਮਿਲਿਆ ਤਾਂ ਕਹਿੰਦੇ ਰਹਿਣ ਦੋ। ਇਹ ਕੀ ਹੈ? ਇਹ ਦੂਜਾ ਪੱਖ ਸੀ। ਪਿਆਰ ਆ ਜਿਹੜਾ ਉਹ ਵਿਹਾਰ ਦੇ ਕਿੱਲੇ ਨਾਲ ਵੱਜਿਆ ਹੋਇਆ ਹੈਗਾ, ਤੇ ਜਿਹੜਾ ਪਿਛਲਾ ਪੱਖ ਸੀ ਉਹ ਸੀ ਵਿਕਾਰ। ਜਿੰਨਾ ਟਾਈਮ ਸਾਡੀ ਵਿਕਾਰੀ ਵਿਰਤੀ ਪੂਰੀ ਹੁੰਦੀ ਆ ਉਹਨਾਂ ਟਾਈਮ ਸਾਡਾ ਪਿਆਰ ਹੈ। ਜਦੋਂ ਵਿਕਾਰੀ ਵਿਰਤੀ ਪੂਰੀ ਹੋਣੋਂ ਹਟ ਗਈ ਫਿਰ ਪਾਤਸ਼ਾਹ ਜੀ ਕਹਿੰਦੇ ਸਾਡਾ ਪਿਆਰ ਵੀ ਖਤਮ ਹੋ ਗਿਆ। ਤੇ ਇਹ ਵਿਕਾਰੀ ਵਿਰਤੀ ਦੇ ਆਧਾਰ ਤੇ ਭਾਈ ਗੁਰਦਾਸ ਨੇ ਉਹ ਕਈ ਜ਼ਿਕਰ ਕੀਤੇ ਨੇਗੇ ਜਿਨ੍ਹਾਂ ਦਾ ਆਪਾਂ ਪਿੱਛੇ ਨਾਂ ਲੈਤਾ ਗਾ। ਚਲੋ ਦੁਬਾਰਾ ਉਹਨਾਂ ਦਾ ਕੀ ਨਾਂ ਲੈਣਾਗਾ, ਇਸ਼ਾਰਾ ਹੀ ਕਾਫੀ ਹੈ ਵੀ ਜਿਨ੍ਹਾਂ ਦਾ ਆਪਾਂ ਪਿੱਛੇ ਜ਼ਿਕਰ ਕੀਤਾ ਗਾ। ਉੱਥੇ ਉਹਨਾਂ ਨੂੰ ਹਕੀਕਤ ਵਿੱਚ ਸੱਚਾ ਨਹੀਂ ਕਿਹਾ ਭਾਈ ਗੁਰਦਾਸ ਨੇ, ਵੀ ਜੋ ਅਤੀ ਸੱਚੇ ਨੇ ਨਾ, ਉਹਨਾਂ ਨੂੰ ਭਾਵ ਸਾਡੇ ਜੀਵਨ ਦੇ ਵਿੱਚ ਇੱਕ ਹਵਾਲੇ ਦੇ ਰੂਪ 'ਚ ਦਿੱਤਾ ਵੀ ਆਹ ਦੇਖ ਇਹਨਾਂ ਦਾ ਜਿਹੜਾ ਪਿਆਰ ਆ ਨਾ ਉਹ ਵਿਕਾਰੀ ਕਿੱਲੇ ਨਾਲ ਵੱਜਿਆ ਹੋਇਆ ਹੈਗਾ। ਜਿਹੜਾ 2 ਨੰਬਰ ਤੇ ਪਿਆਰ ਆ ਉਹ ਵਿਹਾਰ ਦੇ ਕਿੱਲੇ ਨਾਲ ਵੱਜਿਆ ਹੋਇਆ। ਜਿੰਨਾ ਟਾਈਮ ਵਿਹਾਰ ਆ ਉਹਨਾਂ ਟਾਈਮ ਪਿਆਰ ਆ, ਉਦੋਂ ਬਾਅਦ ਖਤਮ ਆ। ਤੇ ਗੁਰੂ ਕੀ ਚਾਹੁੰਦਾ? ਨਾ ਵਿਕਾਰੀ ਨਾ ਵਿਹਾਰੀ। ਤੇ ਇੱਥੇ ਤਾਂ ਭਾਈ ਪਿਆਰ ਦਿਲੋਂ ਚਾਹੀਦਾ ਗਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਤੇ ਜਿਨ੍ਹਾਂ ਦੀ ਭਾਵਨਾ ਆ ਨਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆਂ, ਉਹਨਾਂ ਨੂੰ ਤਾਂ ਕੱਚਿਆਂ ਵਿੱਚ ਕੱਢਿਆ ਜਾਵੇਗਾ। ਫਿਰ ਇੱਥੇ ਪਾਤਸ਼ਾਹ ਨੇ ਅੱਜ ਦੇ ਲਾਸਟ ਵਾਲੇ ਇਸ ਬੰਦ ਵਿੱਚ ਸ਼ਬਦ ਵਿੱਚ ਇਹੀ ਬਖਸ਼ਿਸ਼ ਕੀਤੀ ਆ। ਕਹਿੰਦੇ ਸਾ ਧਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਮਲਾਈ ਰਾਮ। ਉਹ ਵਾਹਿਗੁਰੂ ਪਰਮਾਤਮਾ ਨੇ ਮੇਰੇ ਤੇ ਐਸੀ ਬਖਸ਼ਿਸ਼ ਕੀਤੀ ਹੈ, ਮੈਨੂੰ ਧੁਰ ਤੋਂ ਹੀ ਆਪਣੇ ਨਾਲ ਮਿਲਾ ਕੇ ਰੱਖਿਆ ਹੋਇਆ। ਮੇਰਾ ਸਰੀਰਕ ਤਲ ਤੇ ਉਹ ਵਾਹਿਗੁਰੂ ਨਾਲ ਪਿਆਰ ਨਹੀਂ ਹੈ, ਮੇਰਾ ਨਾ ਆਤਮਿਕ ਤਲ ਤੇ ਪਿਆਰ ਹੈ, ਸਰੀਰਕ ਤਲ ਤੇ ਨਹੀਂ ਹੈ। ਜਿੱਥੇ ਆਤਮਿਕ ਤਲ ਤੇ ਪਿਆਰ ਬਣ ਜਾਵੇ ਨਾ ਫਿਰ ਉੱਥੇ ਬੰਦਾ ਉਸ ਪਿਆਰ ਦੇ ਵਿੱਚ ਆਪਣੇ ਗੁਰੂ ਤੋਂ ਆਪਣਾ ਸਭ ਕੁਝ ਵਾਰ ਦਿੰਦਾ। ਜਿਵੇਂ ਆਪਾਂ ਕੱਲ ਸੁਣਿਆ ਸੀਗਾ ਵੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ, ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ। ਜਿਹਨੇ ਮੈਨੂੰ ਤਨ ਦਿੱਤਾ, ਤਨ ਵਿੱਚ ਮਨ ਪਾਇਆ, ਉਦੋਂ ਬਾਅਦ ਤਨ ਤੇ ਮਨ ਦੀ ਬਖਸ਼ਿਸ਼ ਨਾਲ ਦੋਨਾਂ ਦੇ ਸੁਮੇਲ ਨਾਲ ਮੈਂ ਧਨ ਇਕੱਠਾ ਕੀਤਾ। ਤਿੰਨੇ ਚੀਜ਼ਾਂ ਕਿਹਦੀਆਂ ਹੋ ਗਈਆਂ? ਵਾਹਿਗੁਰੂ ਦੀਆਂ। ਉਹਨੇ ਤਨ ਦਿੱਤਾ, ਤਨ ਵਿੱਚ ਮਨ ਪਾਇਆ, ਮਨ ਦਿਮਾਗ ਨਾਲ ਚੱਲ ਕੇ ਮੈਂ ਧਨ ਇਕੱਠਾ ਕੀਤਾ, ਪਰਿਵਾਰ ਨਾਲ ਜੁੜਿਆ, ਮੇਰਾ ਕਿੱਡਾ ਵੱਡਾ ਵਿਵਹਾਰ ਦੁਨੀਆ ਦੇ ਵਿੱਚ ਵਪਾਰ ਬਿਜ਼ਨਸ ਬਣ ਗਿਆ। ਇਹ ਸਾਰਾ ਕੁਝ ਕਿਹਦਾ? ਉਹਦਾ। ਉਹੀ ਸੁਗੜ ਸੁਜਾਨੀ, ਤਿੰਨ ਹੀ ਉਹ ਮਾਲਕ ਪਰਮਾਤਮਾ, ਉਹੀ ਸੁਗੜ ਸੁਜਾਨੀ। ਜਿਨ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦੀ ਭਾਵਨਾ ਭਾਈ ਇਹ ਇਉਂ ਬਣ ਜਾਂਦੀ ਆ। ਅਗਲੇ ਬੰਦ ਵਿੱਚ ਪਾਤਸ਼ਾਹ ਨੇ ਜ਼ਿਕਰ ਕੀਤਾ ਗੁਰਮਤੀ ਘਟ ਚਾਨਣ ਹੋਆ। ਫਿਰ ਗੁਰੂ ਦੀ ਬਖਸ਼ਿਸ਼ ਸਦਕਾ ਅਸੀਂ ਜਦੋਂ ਵਿਕਾਰੀ ਤੇ ਵਿਹਾਰੀ ਪਿਆਰ ਤੋਂ ਉੱਪਰ ਉੱਠ ਖੜੇ ਨਾ, ਦਿਲ ਦੇ ਵਿੱਚੋਂ ਆਤਮਿਕ ਗਿਆਨ ਪੈਦਾ ਹੋ ਗਿਆ, ਪਿਆਰ ਪੈਦਾ ਹੋ ਗਿਆ। ਫਿਰ ਪਾਤਸ਼ਾਹ ਜੀ ਕਹਿੰਦੇ ਸਾਡੇ ਅੰਦਰ ਚਾਨਣ ਪੈਦਾ ਹੋ ਜਾਂਦਾ। ਉਹ ਚਾਨਣ ਨੂੰ ਆਪਾਂ ਕਈ ਵਾਰ ਰੰਗ ਦਾ ਰੂਪ ਵੀ ਦੇ ਦਿੰਦੇ ਆ, ਉਸੇ ਚਾਨਣ ਨੂੰ ਆਪਾਂ ਪ੍ਰੇਮ ਦਾ ਰੂਪ ਵੀ ਦੇ ਦਿੰਦੇ ਆ, ਉਸੇ ਚਾਨਣ ਨੂੰ ਆਪਾਂ ਅਨੇਕਾਂ ਰੂਪ ਦੇ ਦਿੰਦੇ ਆ। ਵਿਹਾਰ, ਵਪਾਰ,
ਪਾਤਸ਼ਾਹ ਜੀ ਕਹਿੰਦੇ ਫਿਰ ਉਹ ਚਾਨਣ ਆ ਜਿਹੜਾ ਨਾ ਉਹ ਇੱਕ ਲਾਲ ਰੰਗ ਦੀ ਤਰ੍ਹਾਂ ਗਾ ਭਾਈ। ਉਹ ਚਾਨਣ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਸਾਡੇ ਜੀਵਨ ਦੇ ਵਿੱਚ ਐਸਾ ਰੰਗ ਹੈ, ਐਸਾ ਭਾਵ ਉਹ ਪਿਆਰਾ ਰੰਗ ਹੈ ਜਿਹਨੂੰ ਪਾਤਸ਼ਾਹ ਜੀ ਕਹਿੰਦੇ ਮਿਲ ਜਾਵੇ ਨਾ ਜਾਂ ਕੋ ਰੰਗ ਲਾਗੋ ਇਸ ਯੁੱਗ ਮੈਂ ਸਰੀਰ ਵਿੱਚ ਰਹਿੰਦਿਆਂ ਹੋਇਆਂ, ਸੋ ਕਹੀ ਅਤ ਹੈ ਉਹਨਾਂ ਦਾ ਜੀਵਨ ਸੂਰਮਾ ਬਣ ਜਾਂਦਾ। ਸੋ ਕਹੀ ਅਤ ਹੈ ਸੂਰਾ, ਆਤਮ ਜਿਣੈ ਅੰਦਰੋਂ ਸਗਲ ਵਸਤਾਕੈ ਜਾ ਕਾ ਸਤਿਗੁਰ, ਪੂਰਾ ਪੂਰੇ ਸਤਿਗੁਰ ਕੋਲੋਂ ਇਹ ਰੰਗ ਪ੍ਰਾਪਤ ਹੁੰਦਾ ਹੈ। ਘੱਟ ਚਾਨਣ ਭਾਵ ਬੰਦਾ ਉਹ ਆਪ ਵੀ ਪ੍ਰਕਾਸ਼ ਵਿੱਚ ਜ਼ਿੰਦਗੀ ਜਿਉਂਦਾ ਤੇ ਹੋਰਾਂ ਨੂੰ ਵੀ ਪ੍ਰਕਾਸ਼ ਵਿੱਚ ਜ਼ਿੰਦਗੀ ਜਿਉਣ ਦਾ ਬਲ ਦੱਸਦਾ ਹੈ। ਪ੍ਰਭ ਰਬ ਰਹਿਆ ਸਭ ਘਟ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ। ਫਿਰ ਉਸ ਮਨੁੱਖ ਦੀ ਜਿਹੜੀ ਵਿਰਤੀ ਆ ਨਾ, ਪਾਤਸ਼ਾਹ ਜੀ ਕਹਿੰਦੇ ਉਹ ਹਰ ਥਾਂ ਤੇ ਉਸ ਵਾਹਿਗੁਰੂ ਨੂੰ ਮੌਜੂਦ ਜਾਣਦਾ। ਸਭ ਮਹਿ ਜੋਤ ਜੋਤ ਹੈ ਸੋਏ ਵਾਲਾ ਧਾਰਨੀ ਬਣ ਜਾਂਦਾ। ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਹਰੇਕ ਸਰੀਰ ਵਿੱਚ ਉਹ ਪਰਮਾਤਮਾ ਵਸਦਾ ਹੈ। ਫਿਰ ਜਦੋਂ ਮਨੁੱਖ ਨੇ ਇਸ ਗੱਲ ਨੂੰ ਮੰਨ ਲਿਆ ਤੇ ਜਿਹੜੀ ਅੱਜ ਪਿਆਰ ਦੀ ਗੱਲ ਆ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਆਟੋਮੈਟਿਕ ਸ਼ੁਰੂ ਹੋ ਜਾਂਦੀ ਹੈ। ਉਹ ਕਿਤੋਂ ਖਰੀਦਣੀ ਨਹੀਂ ਪੈਂਦੀਗੀ, ਫਿਰ ਅੰਦਰ ਪੈਦਾ ਹੋ ਜਾਂਦੀ ਆ। ਫਿਰ ਜਦੋਂ ਮਨੁੱਖ ਨੇ ਇਦਾਂ ਦਾ ਪੱਖ ਬਣਾ ਲਿਆ ਨਾ ਵੀ ਸਾਰਿਆਂ ਦੇ ਵਿੱਚ ਹੀ ਆ, ਨਾ ਫਿਰ ਬੰਦਾ ਠੱਗੀ ਮਾਰੇ, ਨਾ ਫਿਰ ਚੋਰੀ ਕਰੇ, ਨਾ ਫਿਰ ਉਹ ਗਲਤ ਕੰਮ ਕਰੇ, ਉਹ ਕਿਸੇ ਤਰ੍ਹਾਂ ਦਾ ਵੀ ਉਲਟ ਵਿਹਾਰ ਬਕਾਰ ਵਿੱਚ ਫਸ ਕੇ ਗਲਤ ਕੰਮ ਨਹੀਂ ਕਰਦਾ। ਕਿਉਂ? ਕਿਉਂਕਿ ਉਹਦੇ ਅੰਦਰ ਦੀ ਭਾਵਨਾ ਇੱਕ ਸ਼ੁੱਧ ਭਾਵਨਾ ਬਣ ਗਈ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਭਾਵਨਾ ਨੂੰ ਕੀ ਕਿਹਾ ਜਾਂਦਾ ਗਾ? ਪੂਰਬ ਲਿਖਤ ਲਿਖੇ ਗੁਰ ਪਾਇਆ। ਪਾਤਸ਼ਾਹ ਜੀ ਕਹਿੰਦੇ ਫਿਰ ਇਹ ਲਿਖਤ ਸਾਡੀ ਸੰਪੂਰਨ ਲਿਖਤ ਬਣ ਜਾਂਦੀ ਹੈ ਭਾਈ। ਸੰਪੂਰਨ ਲਿਖਤ ਕਿਵੇਂ? ਮਤਲਬ ਜੋ ਅੱਜ ਕੀਤਾ ਉਹ ਕੱਲ ਨੂੰ ਸਾਡਾ ਪੂਰਬਲਾ ਕਰਮ ਬਣਿਆ, ਜਾਂ 10 ਮਿੰਟਾਂ ਬਾਅਦ ਹੀ ਪੂਰਬਲਾ ਕਰਮ ਬਣ ਗਿਆ। ਜੋ ਹੁਣ ਕੀਤਾ, ਹੁਣ ਗਲਤ ਕੰਮ ਕਰ ਲਓ 10 ਮਿੰਟਾਂ ਬਾਅਦ 76 ਪੈਣਗੇ, ਹੁਣੀ ਭਾਵ ਸਾਡੇ 76 ਪੈ ਗਏ, ਪੂਰਬਲਾ ਕਰਮ ਬਣ ਗਿਆ। ਚਲੋ ਵਾਹਿਗੁਰੂ ਭਲਾ ਕਰੇ। ਕਿਤੇ ਹਵਾਲੇ ਨੂੰ ਛੱਡ ਕੇ ਨਾ ਪਾਤਸ਼ਾਹ ਨੇ ਇਦਾਂ ਸਾਡੇ ਪਿਛੋਕੜ ਦੀ ਗੱਲ ਨਹੀਂ ਕੀਤੀ ਗਈ ਵੀ ਦੁਆ ਸਰੀਰ ਵਿੱਚ ਆਉਣ ਤੋਂ ਪਹਿਲਾਂ ਕੀ ਸੀ ਕੀ ਨਹੀਂ ਸੀ, ਵੀ ਉਹਦੇ ਬਾਰੇ ਸੋਚੀ ਚੱਲਣਾ। ਸਰੀਰ ਨੂੰ ਛੱਡ ਕੇ ਕਿੱਥੇ ਜਾਣਾ ਉਹਦੇ ਬਾਰੇ ਸੋਚਣ ਦੀ ਗੱਲ ਨਹੀਂ ਕੀਤੀ ਗਈ। ਬਸ ਜਿੱਥੇ ਹੈ ਇੱਥੇ ਵਧੀਆ ਬਣ ਜਾ। ਜਿਸ ਅਵਸਥਾ ਵਿੱਚ, ਜਿਸ ਸਰੀਰ ਵਿੱਚ ਤੂੰ ਹੈ ਨਾ, ਆਪਣੇ ਵਰਤਮਾਨ ਨੂੰ ਸੰਭਾਲ ਲਾ। ਇਹ ਗੱਲ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਨਾ ਤਾਂ ਅੱਗੇ ਸੋਚਣਾ ਵੀ ਮਰਨ ਤੋਂ ਬਾਅਦ ਕਿੱਥੇ ਜਾਵਾਂਗੇ, ਕੀ ਬਣੂਗਾ, ਕੀ ਨਹੀਂ ਬਣਨਾ। ਮਰਨ ਤੋਂ ਆਪਣਾ ਜੰਮਣ ਤੋਂ ਪਹਿਲਾਂ ਕੀ ਸੀ ਕੀ ਨਹੀਂ ਸੀ, ਕਿੱਥੇ ਸੀ, ਨਾ ਉਹਦੇ ਬਾਰੇ ਸੋਚ। ਹਾਂ, ਜੇ ਉਹ ਪੂਰਬਲੇ ਕਰਮ ਦੀ ਪਿਛੋਕੜ ਦੀ ਗੱਲ ਕੀਤੀ ਆ, ਉਹ ਅੱਜ ਸਾਡਾ ਜੋ ਕਰ ਰਹੇ ਆ ਵਰਤਮਾਨ ਵਿੱਚ, ਆਉਣ ਵਾਲੀ ਕੱਲ ਨੂੰ ਉਹ ਸਾਡਾ ਪੂਰਬਲਾ ਲੇਖਾ ਬਣ ਗਿਆ। ਉਹ ਪੂਰਬਲੀ ਲਿਖਤ ਜਿਹੜੀ ਉਹਨੇ ਭਾਈ ਸਾਡੀ ਜ਼ਿੰਦਗੀ ਨੂੰ ਇੰਨੀ ਕੁ ਸੋਹਣੀ ਬਣਾ ਦੇਣਾ ਵੀ ਸਾਡਾ ਸਰੀਰ ਛੱਡਣ ਤੋਂ ਬਾਅਦ ਉਹ ਲਿਖਤ ਮਿਟੇਗੀ ਨਹੀਂ। ਪਰ ਉਹ ਲਿਖਤ ਆ ਜਿਹੜੀ ਉਹ ਅਸੀਂ ਘੱਟ ਤਿਆਰ ਕਰਦੇ ਆ। ਇਉਂ ਕਹਿ ਲਓ ਸਾਨੂੰ ਪੜ੍ਹਨ ਦਾ ਸ਼ੌਂਕ ਘੱਟ ਆ, ਸਾਨੂੰ ਲਿਖਣ ਦਾ ਸ਼ੌਂਕ ਘੱਟ ਆ। ਹੁਣ ਜਿਸ ਬੱਚੇ ਨੂੰ ਨਾ ਮਾਫ ਕਰਨਾ ਇੱਕ ਉਦਾਹਰਨ ਆ ਵੀ ਲਿਖਣ ਦਾ ਸ਼ੌਂਕ ਹੋਵੇ ਨਾ, ਉਹ ਇੰਨੇ ਸੋਹਣੇ ਸੋਹਣੇ ਮੁਹਾਵਰੇ, ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਲਿਖ ਨਾ ਵੱਡੇ ਵੱਡੇ ਰਜਿਸਟਰ ਭਰ ਦਿੰਦਾ ਗਾ। ਤੇ ਜਿੱਦੇ ਚੜ੍ਹਾਈ ਕਰ ਜਾਵੇ ਜਿਹੜਾ ਹੀ ਵਿਅਕਤੀ ਆਵੇਗਾ ਨਾ ਉਹਦੇ ਘਰ ਦੇ ਸ਼ੌਂਕ ਨਾਲ ਦੱਸਣਗੇ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਦੀਆਂ ਲਿਖਤਾਂ ਕੀਤੀਆਂ ਪਈਆਂ। ਧੰਨਤਾ ਦੇ ਯੋਗ ਨੇ ਜਿਨ੍ਹਾਂ ਲੋਕਾਂ ਨੇ 20 30 40 50 ਕਿਤਾਬਾਂ ਲਿਖਤੀਆਂ। ਤੇ ਸਾਡੇ ਤੋਂ ਜੇ ਆਪਣਾ ਨਾਮ ਵੀ ਪਾਉਣਾ ਪੈ ਜਾਏ, ਅੱਜ ਦੇ ਹਾਲਾਤ ਕਿਹੋ ਜਿਹੇ ਨੇ, ਅੱਜ ਦੇ ਹਾਲਾਤਾਂ ਦੇ ਵਿੱਚ ਨਾ ਥੱਲੇ ਲਿਖਣਾ ਪੈਂਦਾ, ਜਿੱਥੇ ਸਾਈਨ ਕਰਨ ਲਈ ਪੂਰੇ ਅੱਖਰਾਂ ਵਿੱਚ ਸਾਈਨ ਕਰੋ। ਇਦਾਂ ਦ੍ਰਿਸ਼ਟਾਂਤ ਦੇਣਾ ਪੈਂਦਾ, ਹਵਾਲਾ ਦੇਣਾ ਪੈਂਦਾ ਪੂਰੇ ਅੱਖਰਾਂ ਵਿੱਚ। ਇੱਥੋਂ ਸਿੱਧ ਕੀ ਹੋ ਗਿਆ ਵੀ ਅਸੀਂ ਇੰਨੇ ਨਟਾਲ ਹੋ ਗਏ, ਇੰਨੇ ਆਲਸੀ ਹੋ ਗਏ। ਆਪਣਾ ਨਾਮ ਪਾਉਣਾ ਨਾ ਜੇ, ਉਹ ਨਾਮ ਵੀ ਅਸੀਂ ਬਿਲਕੁਲ ਅਜਿਹੇ ਤਰੀਕੇ ਨਾਲ ਪਾਵਾਂਗੇ ਜਿਹਦੀ ਕਿਸੇ ਨੂੰ ਸਮਝ ਨਾ ਆਵੇ, ਕੀ ਆਨਸਰ ਆ ਕੀ ਨਹੀਂ ਹੈ ਇਹਦਾ ਕੋਈ ਪਤਾ ਨਾ ਲੱਗੇ। ਆਲਸਾ ਮਤਲਬ ਸਾਡੇ ਜੀਵਨ ਦੀ ਢਿੱਲ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਪੂਰਬ ਲਿਖਤਾ, ਜਿਵੇਂ ਉਦਾਹਰਨ ਇੱਕ ਬੱਚੇ ਦੀ ਹੈ ਨਾ, ਇਵੇਂ ਜਿਵੇਂ ਅਸੀਂ ਆਪਣੀ ਜ਼ਿੰਦਗੀ 'ਚ ਰੋਜ਼ ਦਾ ਕਰਮ ਆ, ਇਹ ਪੂਰਬ ਲਿਖਤ ਆ ਗਈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁੰਨ ਵਡਾਹੇ, ਕਰ ਡੰਡੌਤ ਪੁੰਨ ਵਡਾਹੇ। ਪਰ ਪਾਤਸ਼ਾਹ ਜੀ ਇੱਥੇ ਜ਼ਿਕਰ ਕਰਦੇ ਨੇ ਪ੍ਰਭ ਰਬ ਰਹਿਆ ਸਭ ਥਾਈ, ਮੇਲ
ਵਸਾਈ ਪੂਰਬ ਲਿਖਿਆ ਪਾਇਆ। ਉਹ ਵਾਹਿਗੁਰੂ ਜੀ ਦੀ ਕਿਰਪਾ ਐਸੀ ਕੀਤੀ ਹੈ, ਮੇਰਾ ਪੂਰਬ ਦਾ ਜਿਹੜਾ ਲੇਖ ਆ ਨਾ ਭਾਈ, ਮੈਂ ਸੋਹਣਾ ਛਾਪ ਦਿੱਤਾ, ਸੋਹਣਾ ਲਿਖ ਦਿੱਤਾ। ਹੁਣ ਇਹ ਸੋਹਣੇ ਲੇਖ ਨੂੰ ਕੋਈ ਮਿਟਾ ਨਹੀਂ ਸਕਦਾ ਗਾ, ਨਾ ਕੋਈ ਚੁਰਾ ਕੇ ਲਿਜਾ ਸਕਦਾ, ਨਾ ਕੋਈ ਨੂੰ ਅੱਗ ਦੇ ਵਿੱਚ ਜਾਲ ਸਕਦਾ ਗਾ, ਨਾ ਕੋਈ ਨੂੰ ਪਾਣੀ ਡੋਬ ਸਕਦਾ ਗਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ। ਫਿਰ ਉਹਨੂੰ ਜ਼ਿਕਰ ਕੀ ਕੀਤਾ ਅੱਗੇ, ਉਹ ਸ਼ਬਦ ਰੂਪ ਹੈ, ਗੁਰ ਕਾ ਵਚਨ ਵਸੈ ਜੀ ਨਾਲੇ। ਗੁਰੂ ਤੋਂ ਮਤ ਲੈ ਕੇ ਮੇਰੀ ਜ਼ਿੰਦਗੀ 'ਚ ਇੰਨੇ ਵਚਨ ਮੈਂ ਸੋਹਣੇ ਮੁਹਾਵਰੇ ਤਿਆਰ ਕਰ ਲਏ, ਉਹ ਮੇਰੀ ਜਿੰਦ ਦੇ ਨਾਲ ਵਸਦੇ ਨੇ। ਲਾਸਟ ਵਿੱਚ ਫਿਰ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸ਼ਿੰਗਾਰ ਬਣਾਇਆ। ਹੁਣ ਮੈਂ ਆਪਣੀ ਜ਼ਿੰਦਗੀ 'ਚ ਅਜਿਹੇ ਗੁਣਾਂ ਦਾ ਐਸਾ ਸ਼ਿੰਗਾਰ ਬਣਾਇਆ, ਇਹ ਮੇਰੀ ਸੇਜ ਮੇਰੇ ਕੰਤ ਨੂੰ ਨਾ, ਮੇਰੇ ਮਾਲਕ ਨੂੰ ਸੋਹਣੀ ਲੱਗਣ ਲੱਗ ਗਈ, ਉਹਨੂੰ ਚੰਗੀ ਲੱਗਣ ਲੱਗ ਗਈ। ਹਾਲਾਂਕਿ ਮੈਂ ਰੋਕਦੀ ਹਾਂ ਜਾਂ ਰੋਕਦਾ ਹਾਂ, ਉਹ ਨਹੀਂ ਰੁਕਦਾ। ਐਸੀ ਬਖਸ਼ਿਸ਼ ਹੋਈ, ਮੇਰੇ ਮਾਲਕ ਨਾਲ ਮਿਲਣੀ ਹੋਈ, ਮੈਨੂੰ ਹੁਣ ਸੱਦਣ ਦੀ ਲੋੜ ਨਹੀਂ। ਭਾਈ ਗੁਰਦਾਸ ਨੇ ਲਿਖਿਆ ਨਾ, ਹੁਣ ਬੁਲਾਉਣ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਮੇਰੀ ਦਹਲੀਜ਼ ਤੇ ਆਪੇ ਦਸਤਕ ਦਿੰਦਾ ਗਾ, ਆਪੇ ਰੋਜ਼ ਆ ਕੇ ਮੈਨੂੰ ਦਰਸ਼ਨ ਦਿੰਦਾ ਗਾ। ਉਹ ਤਾਂ ਰੋਜ਼ ਮੇਰੀ ਸੇਜ ਤੇ, ਹਿਰਦੇ ਰੂਪੀ ਸੇਜ ਤੇ ਬਹਿੰਦਾ ਆ ਕੇ। ਪਰ ਬਹਿੰਦਾ ਕਿਸੇ ਕਿਸੇ ਦੀ ਸੇਜ ਤੇ ਆ। ਜਿਨ੍ਹਾਂ ਨੇ ਕੰਨਾਂ ਰੂਪੀ ਦਰਵਾਜ਼ੇ ਖੋਲ ਲਏ, ਉਹਨਾਂ ਦੀ ਹਿਰਦੇ ਤੇ ਸੇਜ ਤੇ ਬਹਿ ਜਾਂਦਾ। ਜਿਨ੍ਹਾਂ ਨੇ ਜ਼ੁਬਾਨ ਰੂਪੀ ਦਰਵਾਜ਼ਾ ਖੋਲ ਲਿਆ, 9 ਦੁਆਰੇ ਆ ਨਾ, ਉਹਨਾਂ ਦੀ ਹਿਰਦੇ ਰੂਪੀ ਸੇਜ ਤੇ ਬਹਿ ਜਾਂਦਾ ਗਾ। ਜਿਨ੍ਹਾਂ ਨੇ ਅੱਖਾਂ ਰੂਪੀ ਦਰਵਾਜ਼ਾ ਖੋਲ ਲਿਆ ਨਾ, ਉਹਨਾਂ ਦੀ ਸੇਜ ਤੇ ਉਹ ਟਿਕ ਜਾਂਦਾ ਗਾ, ਬੈਠ ਜਾਂਦਾ ਗਾ। ਤੇ ਬਹੁਤਿਆਂ ਨੇ ਜਦੋਂ ਉਹ ਵਾਹਿਗੁਰੂ ਪਰਮਾਤਮਾ ਪਤੀ ਦੇ ਮਿਲਣ ਦਾ ਵਕਤ ਸੀ, ਦਰਵਾਜ਼ੇ ਬੰਦ ਕਰ ਲਏ। ਮੂੰਦ ਲਈਏ ਦਰਵਾਜ਼ੇ। ਪਾਤਸ਼ਾਹ ਜੀ ਕਹਿੰਦੇ ਇਸ ਤਰੀਕੇ ਨਾਲ ਦਰਵਾਜ਼ੇ ਬੰਦ ਕੀਤੇ ਆ। ਕਹਿੰਦੇ ਉਹ ਵਾਹਿਗੁਰੂ ਨਾ ਕਦੇ ਕਦੇ ਦ੍ਰਿਸ਼ਟਾਂਤ ਦੇ ਤੌਰ ਤੇ ਇੰਨੀਆਂ ਵੱਡੀਆਂ ਵੱਡੀਆਂ ਆਵਾਜ਼ਾਂ ਦਿੰਦਾ ਗਾ ਕਿ ਬੰਦਾ ਦਰਵਾਜ਼ਾ ਫਿਰ ਵੀ ਨਹੀਂ ਖੋਲਦਾ ਗਾ। ਕੰਨ, ਜ਼ੁਬਾਨ, ਅੱਖਾਂ, ਨਾਸਕਾਂ, ਇਹ ਦਰਵਾਜ਼ੇ ਬੰਦ ਕਰ ਲਏ। ਹੁਣ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਖੋਲ੍ਹਣਾ ਸੀ ਭਾਈ। ਉਦਾਹਰਨ ਆ ਇੱਕ ਵੀ ਜੇ ਕਿਸੇ ਨੇ ਦਰਵਾਜ਼ੇ ਅੰਦਰ ਆਉਣਾ ਨਾ ਤਾਂ ਦਰਵਾਜ਼ਾ ਖੁੱਲ੍ਹਾ ਹੋਣਾ ਚਾਹੀਦਾ। ਕਮਰੇ ਅੰਦਰ ਆਉਣ ਤੋਂ ਪਹਿਲਾਂ ਵਾਰ, ਦਰਵਾਜ਼ਾ, ਕਵਾੜ ਖੁੱਲ੍ਹਿਆ ਹੋਣਾ ਚਾਹੀਦਾ ਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਸੱਚ ਸ਼ਿੰਗਾਰ ਬਣਾਇਆ ਮੇਰਾ ਸ਼ਿੰਗਾਰ। ਉਹ ਵਾਹਿਗੁਰੂ ਨੂੰ ਇੰਨਾ ਪਸੰਦ ਆ ਗਿਆ, ਹੁਣ ਨਾ ਉਹ ਇੰਨਾ ਮਜਬੂਰ ਹੋ ਗਿਆ, ਮੇਰੀ ਦਹਲੀਜ਼ ਤੇ ਆਪੇ ਆ ਜਾਂਦਾ, ਹਿਰਦੇ ਰੂਪੀ ਸੇਜ ਤੇ ਆਪੇ ਪਹੁੰਚ ਜਾਂਦਾ। ਮੈਂ ਬੁਲਾਉਂਦੀ ਨਹੀਂ ਹਾਂ, ਬਸ ਮੇਰੀ ਤਾਂ ਇਹ ਭਾਵਨਾ ਬਣੀ ਸੀ। ਕਿਹੜੀ? ਜੋ ਆਪਾਂ ਗੁਰੂ ਕੀ ਪਾਵਨ ਬਾਣੀ ਨੇ ਸ਼ਬਦ ਹਜ਼ਾਰੇ ਪਾਠ ਵਿੱਚ ਪੜ੍ਹਦੇ ਆ, ਮੇਰਾ ਮਨ ਲੋਚੈ। ਬਸ ਮੇਰੀ ਭਾਵਨਾ ਬਣੀ ਸੀ, ਲੋਚੈ ਗੁਰਦਰਸ਼ਨ ਤਾਈ। ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬਸ ਫਿਰ ਪਾਸ਼ਾ ਜ਼ਿਕਰ ਕਰਦੇ ਨੇ, ਕਾਮਣ ਨਿਰਮਲ ਹਉਮੈ ਮਲ ਖੋਈ, ਗੁਰਮਤਿ ਸੱਚ ਸਮਾਈ। ਹੁਣ ਮੇਰੀ ਜੀਵ ਇਸਤਰੀ, ਉਹ ਵਾਹਿਗੁਰੂ ਕਹਿੰਦਾ ਨਾ, ਇੰਨੀ ਪਾਕ ਪਵਿੱਤਰ ਹੋ ਗਈ, ਕਹਿੰਦਾ ਉਹਦੇ ਵਿੱਚ ਮੈਲ ਕੋਈ ਨਹੀਂ ਰਹੀ। ਕਾਮਣ ਔਰਤ, ਜੀਵ ਇਸਤਰੀ, ਸਾਡੇ ਅੰਦਰ ਦੀ ਅਵਸਥਾ ਆਤਮਕ ਤਲ ਤੇ ਜੋ ਗੁਰੂ ਪਾਤਸ਼ਾਹ ਨੇ ਉਹਨੂੰ ਔਰਤ ਦਾ ਰੂਪ ਇਸਤਰੀ ਲਿੰਗ ਦੇ ਵਿੱਚ ਬਿਆਨ ਕੀਤਾ ਗਾ। ਹੁਣ ਪਾਤਸ਼ਾਹ ਜੀ ਕਹਿੰਦੇ ਕਾਮਣ ਨਿਰਮਲ, ਬਹੁਤ ਨਿਰਮਲ ਹੋ ਗਈ, ਅਤੀ ਨਿਰਮਲ ਹੋ ਗਈ। ਹਉਮੈ ਮਲ ਖੋਈ, ਉਹਦੇ ਵਿੱਚੋਂ ਹਉਮੈ ਰੂਪੀ ਮੈਲ ਖੋਈ ਗਈ, ਖਤਮ ਹੋ ਗਈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਗੁਰਮਤਿ ਸੱਚ ਸਮਾਈ, ਉਹਦੀ ਮੱਤ ਤੇ ਮੇਰੀ ਮੱਤ ਇੱਕ ਹੋ ਗਈ। ਜਿੱਥੋਂ ਆਪਾਂ ਆਰੰਭ ਕੀਤਾ ਸੀ ਨਾ ਵਿਸ਼ਾ, ਵੀ ਪਾਤਸ਼ਾਹ ਕਹਿੰਦੇ ਵੀ ਉਹ ਪਰਮਾਤਮਾ ਨੇ ਸਾਡੇ ਅੰਦਰ ਜੋਤ ਟਿਕਾ ਕੇ ਮਿਲਾਪ ਤਾਂ ਸਾਡਾ ਪਹਿਲਾਂ ਹੀ ਕਰ ਲਿਆ ਸੀ, ਪਰ ਉਹ ਜੋਤ ਦੀਆਂ ਸਾਈਡਾਂ ਅਸੀਂ ਸਾਫ਼ ਨਹੀਂ ਕੀਤੀਆਂ ਹੈਗੀਆਂ। ਚਿਮਣੀ ਸਾਫ਼ ਨਹੀਂ, ਲਾਲਟੈਨ ਦੀ ਜੋਤ ਵਗਦੀ ਰਹੀ ਅੰਦਰ। ਹੁਣ ਪਾਤਸ਼ਾਹ ਜੀ ਕਹਿੰਦੇ ਨਾ ਵੀ ਏਕ ਜੋਤ ਦੋਏ ਮੂਰਤੀ, ਜਿੱਥੇ ਇੱਕ ਜੋਤ ਦੋ ਮੂਰਤਾਂ, ਸਰੀਰ ਦੋ, ਜੋਤ ਇੱਕ, ਵਿਚਾਰਧਾਰਾ ਇੱਕ ਆ ਨਾ। ਪਾਤਸ਼ਾਹ ਕਹਿੰਦੇ ਪਿਆਰ, ਤੇ ਜਦੋਂ ਇੱਥੇ ਪਿਆਰ ਸ਼ੁਰੂ ਹੋ ਗਿਆ, ਫਿਰ ਸਹੁਰਾ ਪੇਕਾ ਪਰਿਵਾਰ ਪਿਆਰ ਦਾ ਧਾਰਨੀ ਬਣ ਗਿਆ। ਗੁਆਂਢੀ, ਪਿੰਡ, ਇਲਾਕਾ, ਪੂਰਾ ਸੰਸਾਰ, ਇਦਾਂ ਗੁਰੂ ਸਾਹਿਬ ਕਹਿੰਦੇ ਲੜੀ ਚੱਲ ਪੈਂਦੀ ਆ। ਫਿਰ ਉਹ ਕਿਤੇ ਵੀ ਵੈਰ ਤੇ ਵਿਰੋਧ ਵਾਲੀ ਭਾਵਨਾ ਨਹੀਂ ਰੱਖਦਾ ਗਾ।
ਤੇ ਇਹ ਜੀਵਨ ਕਿਹਦਾ? ਗੁਰੂ ਨਾਨਕ ਸਾਹਿਬ ਦਾ। ਭਗਤ ਭੱਟ ਗੁਰਸਿੱਖ, ਬਸ ਉਹਨਾਂ ਦ੍ਰਿਸ਼ਟਾਂਤ ਆਪਾਂ ਲੈ ਲਓ। ਸਤਿਗੁਰੂ ਪਾਸ਼ੇ ਕੇ ਕਾਮਣ ਨਿਰਮਲ ਹਉਮੈ ਮਲ ਕੋਈ, ਗੁਰਮਤਿ ਸੱਚ ਸਮਾਈ। ਗੁਰੂ ਦੀ ਮੱਤ ਤੇ ਮੇਰੀ ਮੱਤ ਇੱਕ ਹੋ ਗਏ ਭਾਈ, ਵਿਚਾਰਧਾਰਾ ਸਾਡੀ ਇੱਕ ਹੋ ਗਈ। ਦਰਅਸਲ ਦੋ ਸਨਮੁਖ ਬੈਠੇ ਲੜਕਾ ਲੜਕੀ, ਉਹਨਾਂ ਵਾਸਤੇ ਉਹ ਸ਼ਬਦ ਨਹੀਂ ਤਿਆਰ ਕੀਤਾ, ਉਹ ਤਾਂ ਭਾਵ ਸਾਡੇ ਅੰਦਰ ਦੀ ਅਵਸਥਾ ਵਾਸਤੇ ਮੇਰੇ ਮਾਲਕ ਨੇ ਸ਼ਬਦ ਉਚਾਰਨ ਕੀਤਾ। ਠੀਕ ਆ ਵੀ ਸਮੇਂ ਦੇ ਬਦਲਾਅ ਮੁਤਾਬਕ ਉਹ ਸ਼ਬਦ ਅਸੀਂ ਇੱਥੇ ਬੈਠਿਆਂ ਦੇ ਸਾਹਮਣੇ ਪੜ੍ਹਨ ਲੱਗ ਗਏ, ਪਰ ਉਹਨਾਂ ਨੂੰ ਤਾਂ ਅਕਲ ਧੇਲੇ ਦੀ ਨਹੀਂ ਹੁੰਦੀ। ਉਹ ਤਾਂ ਆਪਾਂ ਗੱਲ ਪਹਿਲਾਂ ਕਰ ਲਈ, ਲੜਕੇ ਦਾ ਨਸ਼ਾ ਕੀਤਾ ਹੁੰਦਾ, ਲੜਕੀ ਸਿਰ ਨੰਗੇ ਹੁੰਦੀ ਆ, ਜਿੰਨਾ ਮਰਜ਼ੀ ਕਹੀ ਚੱਲੋ। ਅੱਛਾ, ਜੇ ਗੁਰਮੁਖ ਪਰਿਵਾਰ ਰੱਬੀ ਪਿਆਰੇ ਹੁੰਦੀ ਹੈ, ਗੁਰਸਿੱਖ ਲੜਕੇ ਲੜਕੇ ਨਾਲ ਹੁੰਦਾ, ਹੋਰ ਤਾਂ ਕੋਈ ਹਿੰਦੂ ਤਾਂ ਆਉਂਦਾ ਹੀ ਨਹੀਂ ਇੱਥੇ, ਨਾ ਮੁਸਲਮਾਨ ਆਵੇ, ਨਾ ਈਸਾਈ, ਜੈਨੀ, ਬੁੱਧੀ, ਕੋਈ ਨਹੀਂ ਆਉਂਦਾ। ਆਪਣੇ ਬੱਚੇ ਆ ਨਾ, ਕਹਿ ਦੇਈਏ ਸਿਰ ਢੱਕ ਲਓ ਭਾਈ, ਕਹਿੰਦੇ ਨਹੀਂ ਜੀ ਛੱਡੋ ਖੜਾ, ਤੁਸੀਂ ਐਂ ਡੰਗ ਲਵਾ ਦਿਓ, ਕਹਿੰਦੇ ਐਂ ਡੰਗਾ ਲਾ ਲਓ, ਕਹਿੰਦੇ ਐਂ। ਦੇਖ ਲਓ ਸਾਡੀ ਸੋਚ ਕਿੱਥੇ ਆ। ਫਿਰ ਦੇਖੋ ਬਚਨ ਆਪਾਂ ਕੀ ਪੜ੍ਹ ਰਹੇ ਆ, ਤੇ ਜਿਨ੍ਹਾਂ ਦੇ ਸਨਮੁਖ, ਜਿਨ੍ਹਾਂ ਦੇ ਪਰਥਾਏ ਪੜ੍ਹਨੇ ਆ, ਉਹਨਾਂ ਦਾ ਜੀਵਨ ਕਿਹੋ ਜਿਹਾ, ਉਹ ਪੂਰੀ ਵਰਦੀ 'ਚ ਵੀ ਨਹੀਂ ਹੈਗੇ। ਸਮਝ ਗਏ ਨਾ? ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਣੀ ਜ਼ਿੰਦਗੀ ਨੂੰ ਥੋੜਾ ਥੋੜਾ ਬਦਲਣ ਦਾ ਯਤਨ ਕਰੀਏ, ਨਾਨਕ ਸੱਚ ਸਮਾਈ। ਫਿਰ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨੂੰ ਭਾਈ ਤੂੰ ਗੁਰੂ ਦੀ ਮੱਤ ਨਾਲ ਮਿਲਾ ਲੈ। ਨਾਨਕ ਆਪ ਮਲਾਈ ਕਰਤਾ ਹੈ, ਜਦੋਂ ਉਹ ਵਾਹਿਗੁਰੂ ਜੀ ਨਾਲ ਸਾਡਾ ਮਿਲਾਪ ਹੋ ਗਿਆ, ਮਲਾਈ ਕਰਤਾ, ਮਲਾਈ ਤੋਂ ਆਪਾਂ ਮਿਲਣੀ ਕਰਤਾ। ਫਿਰ ਕੀ ਆ? ਨਾਮ ਨਵੈ ਨਿਧ ਪਾਈ, ਨਾਮ ਰੂਪੀ ਖਜ਼ਾਨਾ, 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ ਹੈ। ਪਾਤਸ਼ਾਹ ਜੀ ਕਹਿੰਦੇ ਨਾਮ ਨਵੇਂ ਨਿੱਧ ਪਾਈ, ਕਹਿੰਦੇ ਫਿਰ ਤੈਨੂੰ ਆਹ ਖਜ਼ਾਨਾ ਪਾਈ ਮਿਲ ਜਾਵੇਗਾ। ਇਹ ਖਜ਼ਾਨਾ ਕੀ ਆ? ਜੋ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਆ ਨਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਗੁਰੂ ਸਾਡਾ ਸਾਧ ਹੈ, ਇਹਦੀ ਵਿਚਾਰਧਾਰਾ ਨਾਲ ਜੁੜ ਕੇ ਇਹਦੀ ਸੇਵਾ ਵਿੱਚ ਲੱਗ ਗਏ। ਫਿਰ ਪਾਤਸ਼ਾਹ ਜੀ ਕਹਿੰਦੇ ਸਾਨੂੰ ਚਾਰੇ ਹੀ ਪਦਾਰਥ ਪ੍ਰਾਪਤ ਹੋ ਗਏ, ਧਰਮ ਅਰਥ ਕਾਮ ਅਰ ਮੋਖ। फिर गोपाल तेरा आरता जो जा तुमरी भगत करन ते तिन के काज सवारता। दाल सीधा मांगू कियो हमरा खुशी करे नित जियो। पनिया शादनी का नाज मंगू सत सीका। गऊ पैस मांगू लवेरी एक ताजन तुरी चिंगेरी। घर की गीहन चंगी जन धन्ना लेवै मंगी। फिर साडी अवस्था ये बन जाती है। सो सब दा धन्नवाद। पिछे तो विचार शुरू सी। पातशाह जी कहंदे अपने मालक नूं मिलना है, ਉਹਨੂੰ ਭਾਵ ਸਮਝਣਾ ਪਵੇਗਾ, ਉਹਨੂੰ ਮਿਲਣਾ ਹੈ, ਫਿਰ ਉਹਦੇ ਨਾਮ ਨੂੰ ਅਰਾਧਣਾ ਪਵੇਗਾ। ਤੀਜੇ ਪੁਆਇੰਟ ਵਿੱਚ ਉਹਨੂੰ ਮਿਲਣਾ ਹੈ ਤਾਂ ਫਿਰ ਤੈਨੂੰ ਭਾਈ ਉਹਦੇ ਆਖੇ ਲੱਗਣਾ ਪਵੇਗਾ। ਤੇ ਅੱਜ ਚੌਥੇ ਪੁਆਇੰਟ ਵਿੱਚ ਪਾਤਸ਼ਾਹ ਨੇ ਸਾਡੀ ਉਹ ਵਾਹਿਗੁਰੂ ਜੀ ਨਾਲ ਮਿਲਣੀ ਕਿਵੇਂ ਹੁੰਦੀ ਆ ਉਹਦੇ ਬਾਰੇ ਸਾਨੂੰ ਦੱਸ ਦਿੱਤਾ। ਸੰਸਾਰ ਦੇ ਵਿਦਵਾਨਾਂ ਅਨੁਸਾਰ 3 ਕਿਸਮ ਦਾ ਪਿਆਰ ਹੈ। ਫਿਰ ਕੀ ਆਪਾਂ ਦੁਬਾਰਾ ਬੋਲਦੇ ਆਂਗੇ, 1 ਨੰਬਰ ਵਕਾਰ, ਦੂਜਾ ਨੰਬਰ ਵਿਹਾਰ ਤੇ ਤੀਜਾ ਨੰਬਰ ਪਿਆਰ। ਸਭ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ